ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ। ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਈ। ਤੁਮੀ ਤੁਮ ਵਿਸ ਅਕ ਤਤੂਰਾ ਨਿਮ ਫਲ। ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨ ਆਵਹੀ। ਨਾਨਕ ਕਹੀਐ ਕਿਸ ਹੰਡਨ ਕਰਮ ਬਾਹਰੇ। ਨਾਨਕ ਕਹੀਐ ਕਿਸ ਹੰਡਨ ਕਰਮ ਬਾਹਰੇ। ਵਾਹਿਗੁਰੂ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਆਪ ਜੀ ਨੇ ਸਰਵਣ ਕੀਤੇ। ਪਿਛਲੇ ਦਿਨੀ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 147 ਤੋਂ ਗੁਰਮੁਖਾਂ ਦੀ ਅਵਸਥਾ ਜਿਹੜੀ ਹੈ ਉਹ ਸਰਵਣ ਕੀਤੀ ਵੀ ਗੁਰਮੁਖ ਕਿਹੋ ਜਿਹੇ ਹੁੰਦੇ ਆ। ਗੁਰੂ ਉਹਨਾਂ ਤੇ ਕੀ ਕਿਰਪਾ ਕਰਦਾ ਹੈ। ਗੁਰਮੁਖਾਂ ਦਾ ਗੁਰਸਿੱਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਕਿਹੋ ਜਿਹਾ ਹੋਣਾ ਚਾਹੀਦਾ। ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀ ਤੇ ਅੱਜ ਦਾ ਜਿਹੜਾ ਸ਼ਬਦ ਹੈ ਇਹਦੇ ਵਿੱਚ ਮਨਮੁਖਾਂ ਦੀ ਅਵਸਥਾ ਦੱਸੀ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਨਾਮ ਤੋਂ ਖਾਲੀ ਨਾਮਹੀਣੇ ਮਨੁੱਖ ਭਾ ਮਨਮੁਖ ਦੀ ਕੀ ਹਾਲਤ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਇਹ ਬਚਨ ਬਖਸ਼ਿਸ਼ ਕੀਤੇ ਹਨ ਕਿ ਜਿਹੜਾ ਮਨਮੁਖ ਹੈ ਨਾ, ਉਹ ਕਿਹੜੀਆਂ ਕਿਹੜੀਆਂ ਟੇਢੀਆਂ ਜੂਨਾਂ ਵਿੱਚੋਂ ਲੰਘਦਾ। ਜਿਸ ਦੇ ਜੀਵਨ ਦੇ ਵਿੱਚ ਪਿਆਰ ਨਹੀਂ, ਜਿਸ ਦੇ ਜੀਵਨ ਦੇ ਵਿੱਚ ਕਿਸੇ ਦੇ ਪ੍ਰਤੀ ਪ੍ਰੇਮ ਨਹੀਂ, ਦਇਆ ਨਹੀਂ, ਜਿਸ ਦੇ ਜੀਵਨ ਵਿੱਚ ਦੂਸਰਿਆਂ ਦੇ ਪ੍ਰਤੀ ਈਰਖਾ, ਦੂਈ ਦਵੈਤ, ਕ੍ਰੋਧ ਆਦਿ ਦਾ ਸੁਭਾਅ ਹੈ ਜਿਨ੍ਹਾਂ ਦਾ, ਉਹਨਾਂ ਨੂੰ ਸਤਿਗੁਰਾਂ ਨੇ ਕਿਹੜੀ ਕੈਟਾਗਰੀ ਵਿੱਚ, ਕਿਹੜੀਆਂ ਜੂਨਾਂ ਵਿੱਚ ਦੱਸਿਆ। ਹੋ ਸਕਦਾ ਹੈ ਪਹਿਲਾਂ ਵੀ ਉਹਨਾਂ ਜੂਨਾਂ ਵਿੱਚੋਂ ਲੰਘ ਕੇ ਆਏ ਹੋਣ, ਕਿਉਂਕਿ ਜਿਹੜੀਆਂ ਜਿਹੜੀਆਂ ਜੂਨਾਂ 'ਚੋਂ ਬੰਦਾ ਲੰਘ ਕੇ ਆਉਂਦਾ ਹੈ ਇਹ ਜੀਵ ਆਤਮਾ ਉਹਨਾਂ ਦਾ ਸੁਭਾਅ ਵੀ ਨਾਲ ਚੱਕ ਲਿਆਉਂਦੀ ਹੈ। ਕਈ ਬੰਦਿਆਂ ਨੂੰ ਆਪਾਂ ਦੇਖਦੇ ਹਾਂ ਉਹ ਬੜੇ ਕ੍ਰੋਧੀ ਹੁੰਦੇ ਆ, ਕਈ ਬੜੇ ਲਾਲਚੀ ਹੁੰਦੇ ਆ, ਕਈ ਬੜੇ ਕਾਮੀ ਹੁੰਦੇ ਆ, ਕਈ ਮੋਹ ਮਮਤਾ ਵਿੱਚ ਫਸੇ ਹੁੰਦੇ ਆ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਲੋਕ ਜਿਹੜੇ ਹਨ ਉਹ ਇਹਨਾਂ ਜੂਨਾਂ ਵਰਗੇ ਹਨ ਜਾਂ ਇਹਨਾਂ ਜੂਨਾਂ ਵਿੱਚ ਜਾਣਗੇ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਬਾਣੀ ਦਾ, ਕਰਤੂਤ ਪਸ਼ੂ ਕੀ ਮਾਨਸ ਜਾਤ
ਦੇਖਣ ਨੂੰ ਤਾਂ ਬੰਦਾ ਦਿਸਦਾ ਹੈ, ਪਰ ਕੰਮ ਜਿਹੜੇ ਹੈ, ਕਰਤੂਤਾਂ ਜਿਹੜੀਆਂ ਹੈ, ਉਹਦਾ ਜੀਵਨ ਜਿਹੜਾ ਹੈ ਉਹ ਪਸ਼ੂਆਂ ਵਰਗਾ ਹੈ। ਕਿਸੇ ਅਫਸਰ ਨੂੰ ਜਿਹੜਾ ਗੱਲ ਗੱਲ 'ਤੇ ਰਿਸ਼ਵਤ ਭਾਲਦਾ ਹੈ, ਪੈਸੇ ਮੰਗਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਯਾਰ ਇਹ ਤਾਂ ਕੁੱਤਿਆਂ ਵਰਗਾ ਲਾਲਚੀ ਹੈ। ਕਿਉਂ? ਕੁੱਤੇ ਦਾ ਸੁਭਾਅ ਹੈ ਲਾਲਚ। ਕੁੱਤੇ ਦੀ ਕਹਾਣੀ ਆਪਾਂ ਸੁਣੀ ਕਿ ਇੱਕ ਰੋਟੀ ਮਿਲੀ, ਛੱਪੜ 'ਤੇ ਜਾ ਕੇ ਖਾਣ ਲੱਗਿਆ, ਛੱਪੜ 'ਚੋਂ ਉਸ ਨੇ ਦੂਜਾ ਕੁੱਤਾ ਦੇਖਿਆ, ਆਪਣੀ ਹੀ ਫੋਟੋ। ਉਸ ਕੁੱਤੇ ਦੇ ਮੂੰਹ ਵਿੱਚ ਵੀ ਇੱਕ ਰੋਟੀ ਦੇਖੀ, ਤੋ ਆਪਦੇ ਵਾਲੀ ਖਾਣ ਦੀ ਬਜਾਏ ਪਹਿਲਾਂ ਉਹ ਖੋਹਣ ਦੀ ਕੋਸ਼ਿਸ਼ ਕੀਤੀ, ਭੌਂਕਿਆ ਅਤੇ ਮੂੰਹ ਵਾਲੀ ਵੀ ਡਿੱਗ ਪਈ। ਇਹਨੂੰ ਕਹਿੰਦੇ ਆ ਲਾਲਚ। ਤੋ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ, ਉਹਨਾਂ ਨੂੰ ਅਸੀਂ ਕੁੱਤੇ ਦੀ ਡੈਫੀਨੇਸ਼ਨ ਦਿੰਦੇ ਆ, ਕੁੱਤੇ ਵਰਗਾ ਕਹਿੰਦੇ ਆ। ਜਿਹੜਾ ਬੰਦਾ ਧਾਰਮਿਕ ਸਥਾਨਾਂ 'ਤੇ ਰਹਿ ਕੇ ਵੀ ਜਨਤਾ ਦੇ ਨਾਲ, ਸੰਗਤ ਦੇ ਨਾਲ ਬੁਰਾ ਵਰਤਾਓ ਕਰਦਾ ਹੈ, ਮਾੜਾ ਬੋਲਦਾ ਹੈ, ਉਸ ਨੂੰ ਕਹਿੰਦੇ ਯਾਰ ਇਹ ਤਾਂ ਬਘਿਆੜਾਂ ਵਰਗਾ, ਉਹ ਖਾਣ ਨੂੰ ਪੈਂਦਾ। ਕਹੋ ਸਤਨਾਮ ਸੀ। ਕੋਈ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਰੱਖਦਾ ਹੈ, ਜ਼ਹਿਰ ਘੋਲੀ ਜਾਂਦਾ ਹੈ, ਉਹਨੂੰ ਕਹਿ ਦਿੰਦੇ ਆ ਤਾਂ ਸੱਪ ਵਰਗਾ ਹੈ। ਇਹ ਗੁੱਸਾ ਹੀ ਨਹੀਂ ਛੱਡਦਾ। ਕਰਤੂਤ ਪਸ਼ੂ ਕੀ ਮਾਨਸ ਜਾਤ। ਤੋ ਅੱਜ ਦੇ ਸ਼ਬਦ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸੇ ਤਰ੍ਹਾਂ ਦਾ ਹੀ ਮਨਮੁਖ ਲੋਕਾਂ ਦਾ, ਉਹਨਾਂ ਮਨੁੱਖਾਂ ਦਾ ਜੀਵਨ ਦੱਸਦੇ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਦੀ ਕੋਈ ਕਿਰਪਾ ਹੀ ਨਹੀਂ ਹੁੰਦੀ। ਕਈ ਵਾਰੀ ਤਾਂ ਅਸੀਂ ਧਾਰਮਿਕ ਸਥਾਨਾਂ 'ਤੇ ਆਏ ਹੋਏ ਮਨੁੱਖਾਂ ਨੂੰ ਵੀ ਦੇਖਦੇ ਹਾਂ, ਘਰੋਂ ਤਾਂ ਚੱਲਦੇ ਹਾਂ, ਅਸੀਂ ਗੁਰੂ ਘਰ ਚੱਲੇ ਹਾਂ ਸੇਵਾ ਕਰਨ, ਪਰ ਇੱਥੇ ਆ ਕੇ ਸੇਵਾ ਦੀ ਬਜਾਏ ਇੱਕ ਦੂਜੇ ਦੀਆਂ ਚੁਗਲੀਆਂ ਕਰੀ ਜਾਂਦੇ ਆ। ਇੱਕ ਦੂਜੇ ਨੂੰ, ਸੇਵਾਦਾਰਾਂ ਨੂੰ, ਗ੍ਰੰਥੀਆਂ ਪਾਠੀਆਂ ਨੂੰ ਖਾਂਦੇ ਵੇਖ ਕੇ ਨਹੀਂ ਜਰਦੇ। ਇਹ ਦੁੱਧ 'ਚ ਪੱਤੀ ਪੀਂਦੇ ਆ, ਵੀ ਤੁਸੀਂ ਲੈ ਕੇ ਆਂਦਾ ਤੇ ਅਸੀਂ ਪੀ ਲਿਆ। ਕਹੋ ਸਤਨਾਮ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਨਮੁਖਾਂ ਨੇ ਪੁੱਛਿਆ, ਆਪਣਾ ਗੁਰਸਿੱਖਾਂ ਨੇ ਪੁੱਛਿਆ ਜੀ ਇਹ ਗੁਰਮੁਖਾਂ ਦੀ ਅਵਸਥਾ ਤੁਸੀਂ ਦੱਸ ਦਿੱਤੀ, ਜਿਹੜੇ ਗੁਰਮੁਖ ਹਨ ਉਹ ਇੱਦਾਂ ਦੇ ਹਨ, ਹੁਣ ਥੋੜ੍ਹੀ ਮਨਮੁਖਾਂ ਦੇ ਬਾਰੇ ਵੀ ਦੱਸ ਦਿਓ। ਆਓ ਅੱਜ ਦਾ ਸ਼ਬਦ ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਤੁਮੀ ਤੁਮ ਵਿਸ ਅਕ ਧਤੂਰਾ ਨਿੰਮ ਫਲ। ਇਹ ਸਾਰੇ ਕੌੜੇ ਆ, ਸਾਰੇ ਜ਼ਹਿਰੀਲੇ ਆ। ਤੁੰਮੇ ਨੂੰ ਕੋਈ ਖੰਡ ਘੋਲ ਕੇ ਪਾ ਦੇਵੇ ਤਾਂ ਵੀ ਮਿੱਠਾ ਨਹੀਂ ਹੁੰਦਾ, ਤੁੰਮੇ ਦੀ ਜੜ 'ਚ ਪਾ ਦੇਵੇ। ਜ਼ਹਿਰ ਜਿਹੜਾ ਹੈ, ਸੱਪ ਜਿਹੜਾ ਉਹ ਦੁੱਧ ਪੀਂਦਾ ਹੈ ਪਰ ਕੱਢਦਾ ਜ਼ਹਿਰ ਹੈ। ਮਨੁੱਖ ਨੂੰ ਵੀ ਕਹਿੰਦੇ ਇਹ ਖਾਂਦਾ ਤਾਂ ਮਨੁੱਖ ਬੜਾ ਵਧੀਆ ਪਰ ਮੂੰਹ ਦੇ ਵਿੱਚੋਂ ਸਵਾਹ ਹੀ ਸਿੱਟਦਾ ਹੈ। ਕਾਲਸ ਝਰੈ ਭਾਵ ਸਵਾਹ ਸਿੱਟਣ ਦਾ ਮਤਲਬ ਹੈ ਮਾੜਾ ਬੋਲਦਾ। ਭਗਤ ਰਵਿਦਾਸ ਜੀ ਕੋਲ ਕੁਝ ਸਾਧੂਆਂ ਦੀ ਜਾਂਦੀ ਜਾਂਦੀ ਟੋਲੀ ਰੁਕ ਗਈ। ਉਹਨਾਂ ਦੀ ਦੁਕਾਨ ਸੀ ਜੋੜੇ ਗੰਢਣ ਦੀ। ਸਾਧੂਆਂ ਦੀ ਸੇਵਾ ਵੀ ਕਰ ਦਿੰਦੇ, ਕਿਸੇ ਦਾ ਜੋੜਾ ਟੁੱਟਿਆ ਗੰਢ ਦਿੰਦੇ। ਇਸ ਕਰਕੇ ਸਾਧੂਆਂ ਦਾ ਵੀ ਆਉਣਾ ਜਾਣਾ ਲੱਗਿਆ ਰਹਿੰਦਾ। ਅਤੇ ਜਾਂਦੇ ਜਾਂਦੇ ਸਾਧੂ ਕਹਿਣ ਲੱਗੇ ਭਗਤ ਜੀ ਆਓ ਯਾਤਰਾ 'ਤੇ ਲੈ ਚੱਲੀਏ।
ਕਹਿੰਦੇ ਨਹੀਂ ਬਈ ਸਾਡੇ ਕੋਲ ਤਾਂ ਟਾਈਮ ਨਹੀਂ, ਗ੍ਰਸਤੀ ਜੀਵਨ ਆ। ਤੁਸੀਂ ਤੀਰਥਾਂ ਦੇ ਨਹਾਉਣ ਚੱਲਿਓ? ਕਹਿੰਦੇ ਹਾਂ। ਕਹਿੰਦੇ ਇੱਕ ਫਲ ਹੈ ਮੇਰੇ ਕੋਲੇ, ਇਸ ਨੂੰ ਨਾ ਸਾਰੇ ਤੀਰਥਾਂ ਤੇ ਇਸ਼ਨਾਨ ਕਰਵਾ ਕੇ ਲਿਆਇਓ। ਕਹਿਣ ਲੱਗੇ ਜੀ ਠੀਕ ਆ। ਉਹ ਫਲ ਫੜਾਤਾ ਤੇ ਉਹ ਫਲ ਲੈ ਲਿਆ, ਉਹਨਾਂ ਨੇ ਫੜ ਲਿਆ, ਆਪ ਵੀ ਇਸ਼ਨਾਨ ਕਰਦੇ ਰਹੇ ਤੇ ਉਹਦਾ ਵੀ ਕਰਾਉਂਦੇ ਰਹੇ। ਗੰਗਾ ਜਮਨਾ ਸਰਸਵਤੀ ਨਦੀਆਂ ਤੇ ਕਰਾ ਲਿਆ, ਉਹਨੂੰ ਵੀ ਧੋਂਦੇ ਰਹੇ। ਤੇ ਉਸ ਤੋਂ ਬਾਅਦ ਜਦੋਂ ਵਾਪਸ ਮੁੜੇ ਤੇ ਭਗਤ ਜੀ ਕੋਲ ਫਿਰ ਖੜ ਗਏ, ਲਓ ਮਹਾਰਾਜ ਤੁਹਾਡਾ ਇਹ ਫਲ, ਇਹਨੂੰ ਅਸੀਂ ਇਸ਼ਨਾਨ ਕਰਵਾ ਲਿਆਂਦਾ। ਅੱਛਾ ਭਾਈ ਚਲੋ ਵਧੀਆ ਕੀਤਾ, ਫਿਰ ਤਾਂ ਇਹ ਅੰਮ੍ਰਿਤ ਬਣ ਗਿਆ ਹੋਊਗਾ। ਫੜਿਆ ਭਗਤ ਜੀ ਨੇ, ਟੋਟੇ ਕੀਤੇ, ਜਿੰਨੇ ਸਾਧੂ ਸੀ ਓਨੀਆਂ ਫਾੜੀਆਂ ਕਰਤੀਆਂ ਤੇ ਸਾਰਿਆਂ ਨੂੰ ਇੱਕ ਇੱਕ ਫਾੜੀ ਬਣਤੀ। ਕਹਿੰਦੇ ਛਕ ਲਓ, ਮੈਂ ਵੀ ਛਕਦਾ। ਜਦ ਛਕਣ ਲੱਗੇ, ਉਹ ਕੌੜਾ ਸੀ ਵਿੱਚ, ਤਾਂ ਉਹਦੇ ਅਸਰ ਗਿਆ ਹੀ ਨਹੀਂ ਪਾਣੀ ਦਾ, ਤੀਰਥਾਂ ਦਾ। ਕਹਿੰਦੇ ਜੀ ਇਹ ਤਾਂ ਬੜਾ ਕੌੜਾ ਹੈ। ਕਹਿੰਦੇ ਇੰਨੇ ਤੀਰਥਾਂ ਦੇ ਨਹਾ ਕੇ ਵੀ ਕੌੜਾ ਹੈ। ਬਸ ਇਹ ਹਾਲ ਅਸਲ 'ਚ ਬੰਦੇ ਦਾ, ਤੁਮਾ ਤਾਂ ਨਹੀਂ ਬਦਲਦਾ ਸੁਭਾਅ ਆਪਣਾ। ਨਿੰਮ ਨੂੰ ਕੋਈ ਮਿੱਠਾ ਘੋਲ ਕੇ ਪਾਈ ਜਾਵੇ, ਨਹੀਂ ਸੁਭਾਅ ਬਦਲਦਾ। ਸੱਪ ਨੂੰ ਕੋਈ ਦੁੱਧ ਪਿਆਈ ਜਾਵੇ, ਨਹੀਂ ਸੁਭਾਅ ਬਦਲਦਾ। ਉਹਨੇ ਜ਼ਹਿਰ ਹੀ ਤਿਆਗਣਾ, ਵਾਪਸ ਜ਼ਹਿਰ ਕੱਢਣਾ। ਇਸ ਤਰ੍ਹਾਂ ਦੇ ਬਹੁਤ ਮਨੁੱਖ ਹੈ ਦੁਨੀਆ ਦੇ ਵਿੱਚ, ਜਿਹੜੇ ਧਾਰਮਿਕ ਸਥਾਨਾਂ 'ਤੇ ਜਾ ਕੇ ਵੀ ਆਪਣਾ ਸੁਭਾਅ ਨਹੀਂ ਬਦਲਦੇ। ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨ ਆਵੀ। ਇਹ ਮਨਮੁਖ ਇਹਨਾਂ ਜੂਨਾਂ ਵਿੱਚ ਜਾਂਦੇ ਆ। ਜੂਨਾਂ ਸਾਰੀਆਂ 84 ਲੱਖ ਜੂਨ ਐਵੇਂ ਨਹੀਂ ਪੂਰੀ ਹੋਣੀ। ਜਿੰਨੀਆਂ ਫਸਲਾਂ ਇਹ ਵੀ ਜੂਨਾਂ ਹਨ। ਕਪਾਹ ਵੀ ਜੂਨ ਹੈ, ਤਿਲ ਵੀ ਜੂਨ ਹੈ, ਤੁੰਮਾ ਵੀ ਜੂਨ ਹੈ, ਦਰਖਤ ਵੀ, ਬਨਸਪਤੀ ਵੀ ਜੂਨ ਹੈ। ਕੇਵਲ ਮਨੁੱਖਾ ਜੂਨ ਨਹੀਂ, 84 ਲੱਖ ਜੂਨ ਪਸ਼ੂਆਂ, ਪੰਛੀਆਂ, ਕੀੜਿਆਂ, ਮਕੌੜਿਆਂ ਦੀ ਵੀ ਹੈ। ਔਰ ਜਿਨ੍ਹਾਂ ਦਾ ਜੋ ਸੁਭਾਅ ਹੁੰਦਾ ਅੱਗੇ ਉਹ ਜੂਨ ਵਿੱਚ ਚਲੇ ਜਾਂਦੇ ਆ। ਜਿਵੇਂ ਇੱਕ ਸੇਵਾਦਾਰ, ਇੱਕ ਲਾਂਗਰੀ 10ਵੇਂ ਪਾਤਸ਼ਾਹ ਜੀ ਦੇ ਸਮੇਂ ਪ੍ਰਸ਼ਾਦ ਵਰਤਾ ਰਿਹਾ ਸੀ ਤੇ ਇੱਕ ਗੱਡੇ ਵਾਲਾ ਜਾਂਦਾ ਜਾਂਦਾ ਖੜ ਗਿਆ ਵੀ ਚਲੋ ਕਿਣਕਾ ਲੈ ਲਈਏ, ਪ੍ਰਸ਼ਾਦ ਵਰਤ ਰਿਹਾ। ਤੇ ਉਹ ਗੱਡਿਆਂ ਨੂੰ ਚੱਲਦੇ ਛੱਡ ਕੇ ਭੱਜ ਕੇ ਆ ਗਿਆ। ਗੱਡੇ ਬਲਦਾਂ ਨਾਲ ਜੁੜੇ ਹੋਏ ਆਪਦੀ ਤੋਰ ਚੱਲ ਰਹੇ ਹੈ ਤੇ ਇੱਧਰ ਪ੍ਰਸ਼ਾਦ ਵਰਤ ਰਿਹਾ। ਤੇ ਉਹਨੇ ਖੜੇ ਖੜੇ ਪ੍ਰਸ਼ਾਦ ਮੰਗਿਆ ਵੀ ਕਿਣਕਾ ਕ ਦੇ ਦੇ, ਮੈਂ ਭੱਜ ਕੇ ਗੱਡਿਆਂ ਨਾਲ ਰਲ ਜਾ। ਪਰ ਉਹ ਅੱਗੋਂ ਇਹੋ ਜਿਹਾ ਅਬੈੜਾ ਬੋਲਣ ਵਾਲਾ। ਤੇ ਗੁਰੂ ਪਿਆਰਿਓ, ਉਹਨੂੰ ਕਹੇ ਬਹਿ ਕੇ ਲੈ। ਉਹਨੂੰ ਕਾਹਲੀ ਸੀ ਵਿਚਾਰੇ ਨੂੰ ਵੀ ਮੈਂ ਛੇਤੀ ਵਗ ਜਾ। ਮੂੰਹ ਤੇ ਗੱਡਿਆਂ ਕਰਕੇ ਧੂੜ ਧੱਪਾ ਪਿਆ ਸੀ, ਦਾੜੇ ਤੇ, ਮੂੰਹ ਤੇ, ਕੱਪੜਿਆਂ ਤੇ। ਜਦੋਂ ਇਹ 2-3 ਵਾਰੀ ਪ੍ਰਸ਼ਾਦ ਮੰਗਿਆ, ਉਹਨੇ ਨਾ ਦਿੱਤਾ। ਉਹ ਇੱਧਰ ਫਿਰ ਜੇ, ਟੁੱਪ ਕੇ ਇੱਧਰ ਵਗ ਜੇ, ਉਹਨੂੰ ਪ੍ਰਸ਼ਾਦ ਨਾ ਦੇਵੇ। ਔਰ ਮੂੰਹੋਂ ਬੋਲਿਆ, ਕਿਉਂ ਐਵੇਂ ਰਿੱਛ ਵਾਂਗੂ ਟੱਪੀ ਜਾਣਾ, ਬਹਿ ਕੇ ਲੈ ਲਾ। ਉਹ ਕਿਤੇ ਕਿਣਕਾ ਥੱਲੇ ਡਿੱਗਿਆ, ਉਹਨੇ ਚੱਕ ਕੇ ਮੂੰਹ 'ਚ ਪਾ ਲਿਆ। ਕਹਿੰਦਾ ਮੈਨੂੰ ਤਾਂ ਕਿਣਕਾ ਮਿਲ ਗਿਆ, ਪਰ ਰਿੱਛ ਬਣੇਗਾ ਤੂੰ। ਤੇ 10ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ। ਉਹ ਮਨੁੱਖ ਅੱਗੇ ਜਾ ਕੇ ਫਿਰ ਰਿੱਛ ਦੀ ਜੂਨ 'ਚ ਪਿਆ ਤੇ ਰਿੱਛ ਵਾਲਾ ਖੇੜਾ ਦਿਖਾਉਣ ਆਇਆ। ਤੇ ਸਤਿਗੁਰਾਂ ਤੇ ਚੌਰ ਕਰਨ ਵਾਲਾ ਸਿੱਖ ਹੈ ਭਾਈ ਕੀਰਤੀਆ। ਤੇ ਗੁਰੂ ਪਿਆਰਿਓ, ਉਹ ਬੜਾ ਹੱਸਦਾ, ਖੇੜਾ ਵੇਖਦਾ ਹੋਇਆ ਰਿੱਛ ਦਾ। ਤੇ ਪਾਤਸ਼ਾਹ ਕਹਿੰਦੇ ਬੜਾ ਹੱਸੀ ਜਾਂਦਾ, ਕੀ ਗੱਲ ਆ? ਕਹਿੰਦੇ ਜੀ ਇਹ ਰਿੱਛ ਕੌਤਕੀ ਬੜੇ ਸੋਹਣੇ ਕਰਦਾ। ਕਹਿੰਦੇ ਤੈਨੂੰ ਪਤਾ ਹੈ ਕੌਣ ਹੈ? ਕਹਿੰਦੇ ਜੀ ਮੈਨੂੰ ਤਾਂ ਕੀ ਪਤਾ ਹੈ। ਕਹਿੰਦੇ ਤੇਰਾ ਬਾਪ ਹੀ ਹੈ। ਕਹੋ ਸਤਨਾਮ ਸੀ, ਤੇਰਾ ਪਿਓ ਹੈ ਇਹ। ਮਹਾਰਾਜ ਤੁਹਾਡੀ ਸੇਵਾ ਕਰਕੇ ਆਹ ਫਲ ਮਿਲਦਾ ਹੈ। ਕਹਿੰਦੇ ਫਲ ਤਾਂ ਫਿਰ ਕਰਮਾਂ ਦੇ ਮਿਲਦੇ ਹੈ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏਂਦਾ, ਪੈਂਦਾ ਲੋੜ ਹੈ ਪੱਟ। ਇਹ ਤਾਂ ਜਿਹੋ ਜਿਹਾ ਮਨੁੱਖ ਦਾ ਜੀਵਨ ਹੁੰਦਾ ਨਾ, ਉਹੋ ਜੇ ਬਦਲਦਾ ਹੀ ਨਹੀਂ। ਜੇ ਗੁਰੂ ਘਰ ਆ ਕੇ ਵੀ ਅਸੀਂ ਬਦਲਦੇ ਨਹੀਂ, ਸਾਡਾ ਸੁਭਾਅ ਨਹੀਂ ਛੱਡਦਾ, ਚੁਗਲੀਆਂ ਕਰਨ ਦਾ, ਨਿੰਦਿਆ ਕਰਨ ਦਾ ਸੁਭਾਅ ਨਹੀਂ ਜਾਂਦਾ, ਜਨਤਾ ਨੂੰ, ਸੰਗਤਾਂ ਨੂੰ ਦੁਖੀ ਕਰਨ ਦਾ, ਤਪਾਉਣ ਦਾ ਸੁਭਾਅ ਹੀ ਨਹੀਂ ਜਾਂਦਾ, ਤੇ ਫਿਰ
मेरा ख्याल है भी घरे काम ही कर लैन, 4 पैसे तो कमा लैणगे, कहो सतनाम सी। फिर इत्थे आके टाइम काहनूं बर्बाद करना है? ये तो स्कूल है, तो जिहड़ा बच्चा स्कूल जाके भी पढ़ाई ना करे वो फेल ही हुंदा, पास थोड़ा हुंदा। उहनूं किहड़े नंबर मिलते हैं? इत्थे पढ़न वास्ते आउणे आ। गुरु साडे उस्ताद है, मास्टर है, ये साडा वधिया जीवन बनाउणा चाहुंदे है। जे आपां जीवन नहीं बदलना तो फिर आउण दा की फायदा? एक ऐसा भी सेवादार गुरु अंगद देव जी के समय च होया। बाबा बुढ़ा जी होरे सारे सियाने सिख सेवा करते है, तो उन्होंने कई बारी कहते ओ मित्रा तू भी कोई सेवा कर लिया कर। उन्हें तड़के प्रशादे छकने, किते पखे थले किते हवा च बह जाना, दरख्त हेठां सौ जाना। दोपहर का समा भुख लगती, फिर आके चाह पी लैनी, प्रशादा छक लेना, फिर लंबा पै जाना। बाबे बुढ़ा वर्गा ने कई बारी कहना भी सेवा कर लिया कर, ये रोटियां तां पचदियां हुंदियां गुरु घर दियां। पर उन्हें अगों कहना नहीं नहीं, जदों मैनू गुरु अंगद देव जी कहणगे मैं तो उदों करूँगा। बहाना बना छड्डना, काम कोई करना ना। खा पी लैना गुरु घर चों, तिन्ने टाइम खाना, हत्थ ने घरे वग जाना, तड़के आ जाना गुरुद्वारे। गुरु साहब जी नूं भी इस गल का पता लग्या भी ये बंदा जिहड़ा ना वेलियां खाण वाला है, तो गुरु घर की सेवा करके जीवन खराब करता है, सफला नहीं करता, सेवा नहीं करता है। ठीक है, लंगर बनाया संगत वास्ते है, सब ने छकना है, पर इन्हां नूं छक के सानूं कुछ भजन भी करना पऊगा, कुछ सेवा भी करनी पऊगी। एवें नहीं पचना है समान। तां गुरु प्यारिओ कहंदे सतगुरु अंगद देव जी बैठे आ, ते सामने वो मनुख बैठा, ते पातशाह उन्होंने कहते भी ऐ कर मित्रा कोई सेवा सुवा करिया कर। कहना जी तुसी कदे कहा ही नहीं गा। पातशाह कहते मैं थोड़े कहूँगा, आ संगत सेवा करी जाती है, बाबा बुढ़ा जी वर्गे सियाने से करी जाते हैं, तो तुसी उन्होंने जिमें वो कहते उवें नाल करा दिया कर। कहता नहीं जी तुसी दसो, मैं तो फिर करूँ, तुसी दसो की करा। पातशाह कहते मैं तो कहना जंगल में जाके चिखा बना के ते सड़ जा। साध जे बोले सहज सवाए, साध का बोलिया बिरथा ना जाए। हुण ना जवाब देन जोगा ते ना जान जोगा, तुरता पिया निम्मो झूना होया। जंगलों में जाके इन्हें लकड़ां कट्ठियां कीतियां, चिखा बनाई ते उन्होंने अग ला ली, ते विच छाल मारन नूं जी ना करे। हुण कौन बड़े अग च? तां गुरु प्यारिओ कहंदे एक चोर ने चोरी कीती सी राजे दी, ते उथों भज पिया सी, ते मगर उहदे लोक लागे सी, उहदे वाहन फड़न वास्ते मगर लागे सी। लोक फड़िया नहीं जा रहा सी, मूहरे मूहरे वो भजिया, थैला हत्थ विच है सोने चांदी दे समान वाला, जो उन्हें चोरी करके भजिया। ये भजदा भजदा विथ पै गई, तो उस चिखा दे कोले पहुँच गया। वो बंदा दुआले घूमदा फिरदा जिहड़ा गुरुद्वारे चों गया, तां ਉਹਨੂੰ ਜਾ ਕੇ ਪੁੱਛਦਾ ਕੀ ਹੋ ਗਿਆ, ਕੌਣ ਮਰ ਗਿਆ? ਕਹਿੰਦਾ ਯਾਰ ਮਰਿਆ ਮੁਰਿਆ ਤਾਂ ਕੋਈ ਨਹੀਂ ਗਾ, ਆਹ ਗੱਲ ਹੋਈ ਮੈਨੂੰ ਗੁਰੂ ਅੰਗਦ ਦੇਵ ਜੀ ਕਹਿੰਦੇ ਤੇਰੇ ਪਾਪ ਬਾਹਲੇ ਆ, ਤੂੰ ਚਿਖਾ ਬਣਾ ਕੇ ਸੜ ਜਾ। ਕਹੋ ਸਤਨਾਮ। ਪਰ ਮੈਥੋਂ ਤਾਂ ਅੱਗ 'ਚ ਵੜਿਆ ਨਹੀਂ ਜਾਂਦਾ। ਚੋਰ ਨੇ ਸੋਚਿਆ ਵੀ ਰਾਜੇ ਦੇ ਬੰਦਿਆਂ ਨੇ ਫੜ ਲਿਆ, ਕੁੱਟ ਕੇ ਉਹਨਾਂ ਨੇ ਮਾਰ ਦੇਣਾ, ਕਿਉਂ ਨਾ ਗੁਰੂ ਦੇ ਬਚਨਾਂ 'ਤੇ ਮਰ ਜੀਏ। ਕਹੋ ਸਤਨਾਮ ਸੀ। ਕਹਿੰਦੇ ਐਂ ਕਰ ਫਿਰ, ਇਹ ਬਚਨ ਤੂੰ ਮੈਨੂੰ ਦੇ ਤੇ ਤੂੰ ਫੜਾ ਝੋਲਾ। ਕਹਿੰਦੇ ਝੋਲੇ 'ਚ ਕੀ ਹੈ? कहते समान है सोना चांदी, मैं लुट के लिया सी, मेरे मगर लोक लगे मैनू मार देणगे, ये तू लै ला ते चिखा च मैं छाल मार जाना। हुण तां वधिया हो गया, नाले मरण तो बच गया, नाले सोना मिल गया, चोरी का माल मिल गया। उन्हें झोला फड़ लिया, वो चोर ने लैंदे ने चिखा में छाल मारी, वो तो सड़ के सवाह हो गया। पर वो बंदे राजे दे मगर पहुँच गए। कहते वो खड़ा चिखा दे कोले बंदा, फड़ो इसनूं। फड़ लिया। कहते तू चोरी करके भज्या? कहता नहीं मैं चोरी नहीं की, मैं तो गुरुद्वारे आया, गुरु अंगद देव जी कोलों आया। कहते झोला तेरे कोले है समान वाला, चोरी वाला, चल फड़ के लै चले राजे कोले। राजा कहता इनू चौंटे दे विच फांसी दे के मारो। कहो सतनाम सी। उन्हां समय च ही सज़ा हुंदी सी, मिंटों मिंट ही उस बंदे नूं चौंटे विच फांसी दे के मारिया गया।
ਸੋ ਮਨਮੁਖ ਜਿਹੜਾ ਮਨ ਮਰਜ਼ੀ ਕਰਦਾ, ਮਨਮਤ ਕਰਦਾ, ਜਿਹੜਾ ਗੁਰਮਤ ਨੂੰ ਗ੍ਰਹਿਣ ਨਹੀਂ ਕਰਦਾ, ਜਿਹੜਾ ਧਾਰਮਿਕ ਸਥਾਨਾਂ 'ਤੇ ਜਾ ਕੇ ਵੀ ਆਪਣੇ ਆਪ ਨੂੰ ਬਦਲਦਾ ਨਹੀਂ, ਉਹਨਾਂ ਦਾ ਜੀਵਨ ਐਸਾ ਹੁੰਦਾ ਜੈਸੇ ਤੁਮੇ ਤੁਮੀ ਤੁਮਾ ਵਿਸ ਆਕਤ ਧੂਰਾ ਨਿੰਮ ਫਲ। ਮਨਮੁਖ ਵਸੈ ਤਿਸ ਜਿਸ ਤੋਂ ਚਿੱਤ ਨ ਆਵਈ। ਜਿਹੜੇ ਮਨਮੁਖ ਮਨਮਤ ਕਰਕੇ ਚੱਲਦੇ ਐ ਉਹ ਇਹਨਾਂ ਜੂਨਾਂ ਵਿੱਚ ਵਸਦੇ ਐ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ। ਕਹੋ ਸਤਨਾਮ। ਇਹਨਾਂ ਟੇਢੀਆਂ ਜੂਨਾਂ ਵਿੱਚ ਚਲੇ ਜਾਂਦੇ ਆ। ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੇ। ਇਹ ਮਹਾਰਾਜ ਫਿਰ ਐਦਾਂ ਦੇ ਦੁੱਖ ਕਿਉਂ ਭੋਗਦੇ ਆ? ਕਾਰਨ ਕਹਿੰਦੇ ਇਹਨਾਂ ਨੇ ਕਰਮ, ਇਹਨਾਂ ਦੇ ਮਾੜੇ ਕਰਮ ਹੀ ਇਹਨਾਂ ਨੂੰ ਭੋਗਦੇ ਆ। ਹੰਡਣਾ ਹੁੰਦਾ ਹੰਡਾਉਣਾ, ਕੱਪੜਾ ਸਰੀਰ 'ਤੇ ਹੰਡਾਉਣੇ ਆ। ਕਰਮਾਂ ਨੂੰ ਜੀਵਨ ਵਿੱਚ ਹੰਡਾਇਆ ਜਾਂਦਾ ਦੁੱਖਾਂ ਸੁੱਖਾਂ ਦੇ ਰੂਪ 'ਚ। ਕਹੋ ਸਤਨਾਮ ਸੀ। ਹੰਡਨ ਕਰਮਾਂ ਬਾਹਰੇ, ਇਹਨਾਂ ਦੇ ਚੰਗੇ ਕਰਮ ਨਹੀਂ। ਸਿੱਖੋ, ਇਸੇ ਕਰਕੇ ਇਹਨਾਂ ਦੇ ਮੂੰਹ ਦੇ ਵਿੱਚੋਂ ਜ਼ਹਿਰ ਉਗਲਦਾ। ਪਤਾ ਨਹੀਂ ਕਿਸੇ ਸੱਪ ਦੀ ਜੂਨ 'ਚੋਂ ਆਇਆ ਹੋਵੇ ਬੰਦਾ, ਹੁਣ ਵੀ ਉਹੀ ਸੁਭਾਅ ਸੱਪ ਵਾਲਾ ਛੱਡਦਾ ਨਹੀਂ। ਕਹੋ ਸਤਨਾਮ ਸੀ। ਲਾਲਚ ਵਾਲਾ ਸੁਭਾਅ ਛੱਡਦਾ ਨਹੀਂ। ਪਿੱਛੋਂ ਪਤਾ ਨਹੀਂ ਕੁੱਤੇ ਦੀ ਜੂਨ 'ਚੋਂ ਆਇਆ ਤੇ ਗਾਂ ਵੀ ਸ਼ਾਇਦ ਉਧਰੇ ਜਾਵੇ। ਰੱਬ ਨੇ ਸਮਾਂ ਦਿੱਤਾ ਹੈ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀ ਆ। ਇੱਥੇ ਆ ਕੇ ਬਦਲਣਾ ਚਾਹੀਦਾ। ਜਿਵੇਂ ਗੁਰੂ ਅਰਜਨ ਦੇਵ ਜੀ ਕੋਲ ਇੱਕ ਰਾਜਾ ਆਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਬੈਠਾ ਪੋਥੀ ਪੜ੍ਹ ਰਿਹਾ ਗੁਰਬਾਣੀ ਦੀ। ਉਹਨੇ ਆ ਕੇ ਮੱਥਾ ਟੇਕਿਆ ਤੇ ਸਿੱਖ ਨੇ ਪੰਗਤੀ ਪੜ੍ਹੀ, ਲੇਖਨ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਉਹਦੇ ਕੰਨ 'ਚ ਪੈ ਗਈ ਤੇ ਉਹਨੇ ਗੁਰੂ ਪਿਆਰਿਓ ਫੁਰਨਾ ਬਣਾ ਲਿਆ ਵੀ ਫਿਰ ਇੱਥੇ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਦੇ। ਆਪਣੇ ਆਪ ਨੂੰ ਬਦਲਣਾ ਤਾਂ ਪਊਗਾ ਨਾ ਆਪ ਨੂੰ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਲਾਓ। ਫਿਰ ਸਤਿਗੁਰੂ ਅਰਜਨ ਦੇਵ ਨੇ ਦੱਸਿਆ ਕਿ ਸਿੱਖਾ, ਤੇਰੇ ਮਨ ਦੇ ਵਿੱਚ ਜਿਹੜਾ ਭਰਮ ਬਣਿਆ ਸੀ ਉਹਨੂੰ ਦੂਰ ਕਰਨ ਵਾਸਤੇ ਮੈਂ ਇੰਨਾ ਕੁਝ ਕਰਨਾ ਪਿਆ ਮੈਨੂੰ। ਕਿਉਂਕਿ ਰਾਤ ਨੂੰ ਇਹ ਸੌਂ ਗਿਆ, ਸੁਪਨਾ ਆਇਆ, ਸੁਪਨੇ ਵਿੱਚ ਰਾਜਾ ਮਰ ਗਿਆ। ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਛੜ ਦੁੱਖ ਪਾਇਆ, ਸੋਗਤ ਭਈ ਹਮਾਰੀ। ਸੁਪਨੇ ਵਿੱਚ ਇਹ ਮਰ ਗਿਆ ਤੇ ਮਰ ਕੇ ਨਵਾਂ ਜਨਮ ਹੋਇਆ। ਤੇ ਨਵਾਂ ਜਨਮ ਕਿੱਥੇ ਹੋਇਆ? ਸੂਰਾਂ ਵਾਲਿਆਂ ਦੇ ਘਰੇ, ਜਿਹੜੇ ਸੂਰ ਪਾਲਦੇ ਆ। ਉੱਥੇ ਵੱਡਾ ਹੋਇਆ ਸੁਪਨੇ ਦੇ ਵਿੱਚ ਹੀ। ਔਰ ਸੂਰਾਂ ਨੂੰ ਚਾਰਨ ਗਿਆ, ਜੰਗਲਾਂ ਵੱਲ ਲੈ ਗਿਆ, ਉੱਥੇ ਪੀਲਾਂ ਖਾਧੀਆਂ। ਔਰ ਗੁਰੂ ਪਿਆਰਿਓ ਕਿਤੇ ਲੰਬਾ ਸਮਾਂ ਇਹ ਕੰਮ ਕਰਦਾ ਰਿਹਾ, ਪੀਲਾਂ ਖਾਂਦਾ ਰਿਹਾ। ਇਤਨੇ ਜਾਗ ਆਈ, ਸੁਪਨਾ ਟੁੱਟ ਗਿਆ। ਤੜਕੇ ਉੱਠ ਕੇ ਕੁਰਲੀ ਕਰਦੇ ਆਪਾਂ, ਇਹਨੇ ਕੁਰਲੀ ਕੀਤੀ ਨਾ ਤੇ ਜਾੜਾਂ ਵਿੱਚੋਂ ਪੀਲਾਂ ਦੇ ਬੀਜ ਨਿਕਲ ਆਏ, ਅਮਰੂਦ ਵਰਗੇ ਹੁੰਦੇ ਆ ਬਰੀਕ ਬੀਜ। ਉਹ ਹੈਰਾਨ ਹੋ ਗਿਆ ਵੀ ਸੁਪਨੇ ਵਾਲੀ ਚੀਜ਼ ਤਾਂ ਹੁੰਦੀ ਨਹੀਂ ਯਾਰ। ਸੁਪਨਾ ਤਾਂ ਰਾਤ ਮੈਨੂੰ ਇੱਦਾਂ ਆਇਆ ਸੀਗਾ, ਪਰ ਸੱਚੀ ਮੁੱਚੀ ਬੀਜ ਕਿੱਥੋਂ ਆ ਗਏ ਪੀਲਾਂ ਦੇ? ਮੈਂ ਤਾਂ ਕਦੇ ਖਾਧੀਆਂ ਨਹੀਂ ਜ਼ਿੰਦਗੀ 'ਚ। ਮੈਂ ਤਾਂ ਰਾਜਾ 36 ਪ੍ਰਕਾਰ ਦੇ ਭੋਜਨ ਖਾਣ ਵਾਲਾ, ਪੀਲਾਂ ਥੋੜ੍ਹਾ ਹੀ ਖਾਊਂਗਾ। ਤੇ ਇੱਧਰੋਂ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਰਾਜਾ ਸਾਹਿਬ ਨੂੰ ਕਹੋ ਆਪਾਂ ਸ਼ਿਕਾਰ ਖੇਡਣ ਜਾਣਾ ਹੈ, ਜੰਗਲ ਵੱਲ ਚੱਲਦੇ ਆ, ਘੋੜ ਸਵਾਰ ਹੋ। ਪਾਤਸ਼ਾਹ ਵੀ ਘੋੜੇ ਚੜ੍ਹਦੇ ਸੀ, 5ਵੇਂ ਪਾਤਸ਼ਾਹ। ਤੇ ਰਾਜਾ ਆਪਣੇ ਬੰਦਿਆਂ ਨੂੰ ਲੈ ਕੇ, ਸਤਿਗੁਰੂ ਆਪਣੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਸੈਰ ਸਪਾਟਾ ਕਰਦੇ ਜੰਗਲਾਂ ਵੱਲ ਨਿਕਲ ਪਏ। ਕਹਿੰਦੇ ਵੀ ਜਿਹਦੇ ਮੂਹਰੋਂ ਸ਼ਿਕਾਰ ਉੱਠੇ ਉਹੀ ਸ਼ਿਕਾਰ ਮਾਰੇ। ਰਾਜੇ ਮੂਹਰੋਂ ਸ਼ਿਕਾਰ ਠਾਤਾ ਮਿਰਗ ਦਾ ਤੇ ਮਗਰ ਭਜਾ ਲਿਆ ਘੋੜਾ। ਬਾਕੀ ਸਾਰੇ ਪਿੱਛੇ ਰਹਿ ਗਏ ਗੁਰੂ ਪਿਆਰਿਓ। ਤੇ ਇਹ ਪਹੁੰਚ ਗਏ ਭੱਜਦੇ ਭੱਜਦੇ ਇੱਕ ਪਿੰਡ ਦੇ ਨੇੜੇ, ਇੱਕ ਛਪੜੀ ਦੇ ਕਿਨਾਰੇ ਤੇ ਪਹੁੰਚ ਗਿਆ। ਇੱਕ ਦਰਖਤ ਦੇ ਹੇਠਾਂ ਲਿਜਾ ਕੇ ਘੋੜਾ ਖੜਾਤਾ। ਮਿਰਗ ਤਾਂ ਨਾ ਮਰਿਆ ਉਹਦੇ ਕੋਲੋਂ, ਘੋੜਾ ਖੜਾ ਦਿੱਤਾ ਗੁਰੂ ਪਿਆਰਿਓ। ਤੇ ਘੋੜੇ ਤੋਂ ਉਤਰ ਕੇ ਆਰਾਮ ਕਰਨ ਲੱਗਿਆ ਤੇ ਇੰਨੇ ਉੱਥੇ ਖੇਡਦੇ ਖੇਡਦੇ ਬੱਚੇ ਆ ਗਏ। ਉਹ ਬੱਚੇ ਦੇਖ ਕਰਕੇ ਇਸ ਨੂੰ ਇੱਕ ਦੂਜੇ ਨੂੰ ਕਹਿੰਦੇ ਉਹ ਇਹ ਤਾਂ ਤੇਰਾ ਬਾਪੂ ਲੱਗਦਾ। ਕਹੋ ਸਤਨਾਮ। ਉਹ ਹੈਰਾਨ ਵੀ, ਮੈਨੂੰ ਬਾਪੂ ਕਹਿੰਦੇ ਜਵਾਕ ਦੇ। ਪਰ ਇਹ ਹੈਰਾਨ ਇਸ ਕਰਕੇ ਵੀ ਆ ਵੀ ਜਿਹੜਾ ਰਾਤ ਸੁਪਨਾ ਆਇਆ, ਜਿਹੜੇ ਮੈਂ ਸੂਰ ਚਾਰਦਾ ਸੀ, ਆ ਛਪੜੀ ਤੇ ਪਾਣੀ ਵੀ ਪਿਆਇਆ। ਕਹੋ ਸਤਨਾਮ ਸੀ। ਇਹ ਛਪੜੀ ਤੇ ਵੀ ਲੈ ਕੇ ਆਉਂਦਾ ਰਿਹਾ ਮੈਂ ਸੁਪਨੇ 'ਚ।
ਇਹ ਸਾਰਾ ਇਲਾਕਾ ਜਾਂ ਉਹੀ ਆ, ਜਵਾਕ ਵੀ ਉਹੀ ਰਾਤ ਸੁਪਨੇ ਵਾਲੇ ਆ, ਕਿਉਂਕਿ ਵਿਆਹ ਵੀ ਹੋਇਆ, ਸੁਪਨੇ ਵਿੱਚ ਬੱਚੇ ਵੀ ਹੋ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਾਫੀ ਪਿੱਛੇ ਰਹਿ ਗਏ। ਉਹ ਜਵਾਕਾਂ ਨੇ ਘਰੇ ਜਾ ਕੇ ਉਹਨਾਂ ਦੀ ਬੇਬੇ ਨੂੰ ਦੱਸਤਾ, ਕਹਿੰਦੇ ਇਸ ਤਰ੍ਹਾਂ ਘਰ ਵਾਲਾ ਤੇਰੇ ਜਵਾਕਾਂ ਦਾ ਬਾਪ ਤਾਂ ਉੱਥੇ ਬੈਠਾ, ਪਤਾ ਨਹੀਂ ਲੰਮਾ ਚੋਲਾ ਜਿਹਾ ਪਾਇਆ, ਕੋਲੇ ਤਲਵਾਰ ਹੈ ਤੇ ਘੋੜੇ ਤੇ ਚੜਿਆ ਹੋਇਆ, ਪਤਾ ਨਹੀਂ ਕਿੱਧਰੋਂ ਆ ਗਿਆ, ਉਹੀ ਲੱਗਦਾ। ਉਹ ਬੀਬੀ ਭੱਜੀ ਭੱਜੀ ਆਈ ਵਿਚਾਰੀ ਵੀ, ਹੈ ਵੇਖਿਆ ਤਾਂ ਉਹੀ ਹੈ। ਕਹਿੰਦੀ ਚਲੋ ਘਰੇ ਚਲੋ। ਉਹ ਕਹਿੰਦਾ ਮੈਂ ਸੋਡਾ ਥੋੜ੍ਹੀ ਆ, ਮੈਂ ਤਾਂ ਰਾਜਾ ਹਰੀਪੁਰ ਦਾ। ਨਹੀਂ ਨਹੀਂ, ਆ ਪਤਾ ਨਹੀਂ ਕਿੱਥੋਂ ਘੋੜਾ ਤੇ ਤਲਵਾਰ ਜੀ ਲੈ ਕੇ ਰਾਜਾ ਬਣ ਗਿਆ, ਤੂੰ ਕੱਲ ਤਾਂ ਸੂਰ ਚਾਰਦਾ ਸੀ ਸਾਡੇ ਕੋਲੇ, ਕਹੋ ਸਤਨਾਮ ਸ੍ਰੀ। ਉਹ ਕਹਿੰਦਾ ਨਹੀਂ ਨਹੀਂ, ਮੈਂ ਸੋਡਾ ਨਹੀਂ ਹੈਗਾ। ਚੱਕਰ ਪੈ ਗਿਆ, ਇੰਨੇ ਲੋਕ ਇਕੱਠੇ ਹੋ ਗਏ, ਸਾਰੇ ਕਹਿਣ ਵੀ ਤੂੰ ਜਾ ਭਾਈ ਘਰੇ, ਠੀਕ ਹੈ ਤੂੰ ਕਿਤੋਂ ਲਿਆਇਆ ਹੋਏਗਾ ਘੋੜਾ, ਤੂੰ ਘਰ ਸੰਭਾਲ ਆਪਦਾ, ਜਵਾਕਾਂ ਨੂੰ ਸੰਭਾਲ। ਕਹਿੰਦਾ ਨਾ, ਮੈਂ ਸੋਡਾ ਹੈ ਹੀ ਨਹੀਂ। ਹੁਣ ਯਾਦ ਕਰਦਾ ਗੁਰੂ ਅਰਜਨ ਦੇਵ ਜੀ ਨੂੰ ਵੀ ਗੁਰੂ ਅਰਜਨ ਦੇਵ ਮੈਨੂੰ ਜਾਣਦੇ ਆ, ਉਹ ਹੀ ਛੁਡਾ ਸਕਦੇ ਆ, ਹੁਣ ਕੋਈ ਨਹੀਂ ਛੁਡਾ ਸਕਦਾ ਇੱਥੇ। ਆਖਰ ਸਤਿਗੁਰੂ ਵੀ ਹੌਲੀ ਹੌਲੀ ਮਗਰੇ ਮਗਰ ਉੱਥੇ ਪਹੁੰਚ ਗਏ। ਇਕੱਠ ਹੋਇਆ ਵਾ, ਜਦੋਂ ਪਾਤਸ਼ਾਹ ਸਾਹਮਣੇ ਆਏ, ਸਾਹ 'ਚ ਸਾਹ ਆਇਆ ਵੀ ਹੁਣ ਮੈਂ ਬਚ ਸਕਦਾ, ਨਹੀਂ ਤਾਂ ਇਹਨਾਂ ਸੂਰਾਂ ਵਾਲਿਆਂ ਨੇ ਮੈਨੂੰ ਘਰੇ ਨਹੀਂ ਜਾਣ ਦੇਣਾ। ਪਾਤਸ਼ਾਹ ਕਹਿੰਦੇ ਕੀ ਹੋ ਗਿਆ ਭਾਈ? ਰਾਜਾ ਕਹਿੰਦਾ ਤੁਹਾਨੂੰ ਪਤਾ ਜੀ, ਮੈਂ ਤੁਹਾਡੇ ਕੋਲੇ ਕੱਲ੍ਹ ਆਇਆ ਸੀ। ਕਹਿੰਦੇ ਸਾਨੂੰ ਪਤਾ ਹੈ। ਤੇ ਇਹ ਕਹਿੰਦੇ ਵੀ ਤੂੰ ਸਾਡਾ ਬੰਦਾ, ਘਰੇ ਚੱਲ। ਤੇ ਫਿਰ ਜਾ ਭਾਈ। ਪਾਤਸ਼ਾਹ ਕਹਿੰਦੇ ਮਹਾਰਾਜ ਮੈਂ ਇਹਨਾਂ ਦਾ ਥੋੜ੍ਹਾ ਹੀ ਆ, ਤੁਹਾਨੂੰ ਤਾਂ ਪਤਾ ਹੈ। ਮਰ ਕਹਿੰਦੇ ਭਾਈ ਇਹ ਵੀ ਝੂਠ ਨਹੀਂ ਬੋਲਦੇ ਹੋਣੇ। ਕਹਿੰਦੇ ਜੀ ਮੈਨੂੰ ਨਹੀਂ ਪਤਾ ਗਾ, ਮੈਂ ਤਾਂ ਹੁਣ ਤੁਹਾਡੇ ਨਾਲ ਆਇਆ। ਉਹਨੂੰ ਪੁੱਛਿਆ ਵੀ ਕੀ ਹੋ ਗਿਆ ਤੁਹਾਨੂੰ ਭਾਈ? ਕਹਿੰਦੇ ਸਾਡੇ ਜਵਾਕਾਂ ਦਾ ਬਾਪ ਹੈ ਇਹ, ਹੁਣ ਮੰਨਦਾ ਨਹੀਂ ਗਿਆ। ਕਹਿੰਦਾ ਮੈਂ ਤਾਂ ਰਾਜਾ, ਘੋੜਾ ਪਤਾ ਨਹੀਂ ਕਿੱਥੋਂ ਲਿਆਇਆ ਇਹ। ਪਾਤਸ਼ਾਹ ਕਹਿੰਦੇ ਵੀ ਤੁਹਾਡਾ ਬੰਦਾ ਕਿੱਧਰ ਗਿਆ? ਕਹਿੰਦੇ ਜੀ ਉਹ ਮਰ ਗਿਆ ਸੀਗਾ, ਸਾਡਾ ਸੁਭਾਅ ਹੈ ਅਸੀਂ ਜੰਗਲਾਂ 'ਚ ਹੀ ਸਿੱਟ ਦਿੰਦੇ ਹਾਂ, ਭੱਜ ਭੁੱਜ ਗਿਆ, ਹੁਣ ਜੰਗਲਾਂ 'ਚ ਨੱਪ ਦਿੰਦੇ ਹਾਂ ਅਸੀਂ। ਕਹਿੰਦੇ ਕਿੱਥੇ ਨੱਪਿਆ? ਉੱਥੇ ਪੱਟ ਕੇ ਦੇਖੋ। ਉੱਥੋਂ ਪੱਟ ਕੇ ਦੇਖਿਆ ਤਾਂ ਉੱਥੋਂ ਨਿਕਲ ਆਇਆ ਦੂਜਾ ਸਰੀਰ। ਪਰ ਗੁਰੂ ਪਿਆਰਿਓ, ਇਹ ਰਾਜਾ ਹੈਰਾਨ ਹੋ ਗਿਆ ਵੀ ਇਹ ਸਾਰੀ ਕਹਾਣੀ ਸੁਪਨੇ ਵਿੱਚ ਜਿਹੜੀ ਮੈਂ ਦੇਖੀ ਆ, ਇਹ ਕੀ ਘਣਾ ਹੈ ਜੀ। ਤੇ ਮੁੜਦਾ ਹੋਇਆ ਨਿੰਮੋ ਝੂਣਾ ਘੋੜੇ ਤੇ ਬੈਠਾ। ਪਾਤਸ਼ਾਹ ਵੀ ਹੌਲੀ ਹੌਲੀ ਨਾਲ ਆਉਂਦੇ, ਮੁਸਕਰਾਉਂਦੇ ਆ ਰਹੇ ਆ। ਪੁੱਛਦੇ ਆ ਕਿਵੇਂ ਆ ਰਾਜੇ? ਕਹਿੰਦਾ ਜੀ ਸਮਝ ਨਹੀਂ ਆਉਂਦੀ ਵੀ ਰਾਤ ਮੈਨੂੰ ਆਹੀ ਸੁਪਨਾ ਆਇਆ, ਮੈਂ ਰਾਤ ਨੂੰ ਸੁਪਨੇ 'ਚ ਮਰ ਗਿਆ, ਔਰ ਫਿਰ ਮੈਂ ਜੰਮਿਆ ਇਹਨਾਂ ਸੂਰ ਵਾਲਿਆਂ ਦੇ ਘਰੇ, ਇਸੇ ਛਪੜੀ ਤੇ ਸੂਰ ਵੀ ਚਾਰਦਾ ਰਿਹਾ ਸੁਪਨੇ 'ਚ ਮੈਂ। ਬੱਚੇ ਵੀ ਆਹ ਮੇਰੇ ਸੀ ਰਾਤ ਵਾਲੇ ਸੁਪਨੇ ਦੇ, ਘਰ ਵਾਲੀ ਵੀ ਉਹ ਸੁਪਨੇ ਵਾਲੀ ਸੀਗੀ। ਇਹਦਾ ਕਾਰਨ ਕੀ ਹੈ? ਕੱਲ ਮੈਂ ਪੀਲਾ ਖਾਧੀਆਂ ਸੁਪਨੇ ਦੇ ਵਿੱਚ ਹੀ, ਤੇ ਪੀਲਾਂ ਦੇ ਬੀਜ ਤੜਕੇ ਮੂੰਹ 'ਚੋਂ ਸਾਬ ਤੇ ਦਾਣੇ ਨਿਕਲ ਆਏ। ਪਾਤਸ਼ਾਹ ਕਹਿੰਦੇ ਕੱਲ ਤੂੰ ਇੱਕ ਭਰਮ ਕੀਤਾ ਸੀ ਗੁਰੂ ਦੀ ਬਾਣੀ ਤੇ, ਬਈ ਗੁਰੂ ਕੋਲੇ ਆਉਣ ਦਾ ਕੀ ਫਾਇਦਾ ਜੇ ਲੇਖਾ ਜੋਖਾ ਮਿਟਦਾ ਹੀ ਨਹੀਂ। ਲੇਖ ਨ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਕੀਤਾ ਸੀ ਨਾ? ਕਹਿੰਦੇ ਹਾਂਜੀ। ਕਹਿੰਦੇ ਤੂੰ ਆ ਜਨਮ ਭੋਗ ਕੇ ਪੂਰਾ ਇਹਨਾਂ ਦੇ ਘਰੇ ਜੰਮਣਾ ਸੀ, ਕਹੋ ਸਤਨਾਮ ਸ੍ਰੀ। ਇਹਨਾਂ ਨੇ ਘਰੇ ਜਨਮ ਲੈਣਾ ਸੀ, ਇਹ ਬੱਚੇ ਹੋਰ ਪੈਦਾ ਕਰਨੇ ਸੀ, ਸੂਰ ਪਾਲਣੇ ਸੀ, ਇਹ ਗਰੀਬੀ ਕੰਗਾਲੀ ਦਾ ਜਨਮ ਭੋਗਣਾ ਸੀ ਇੱਕ ਤੋਂ। ਪਰ ਤੂੰ ਗੁਰੂ ਘਰ ਆਉਣ ਕਰਕੇ ਬਖਸ਼ਿਆ ਗਿਆ, ਤੇ ਉਹ ਮੈਂ ਤੇਰਾ ਸੁਪਨੇ 'ਚ ਕੱਟਤਾ। ਗੁਰੂ ਕੋਲੇ ਆਉਣ ਦਾ ਇੰਨਾ ਫਾਇਦਾ, ਪਰ ਸ਼ਰਤ ਹੈ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ, ਫਿਰ ਗੁਰੂ ਕੀ ਕਰੇ ਜੇ ਬੰਦਾ ਹੀ ਗਲਤੀਆਂ ਕਰ ਕਰਕੇ ਬੰਦ ਨਹੀਂ ਕਰਦਾ, ਕਹੋ ਸਤਨਾਮ ਸੀ। ਜੇ ਬੰਦੇ ਵਿੱਚ ਹੀ ਗਲਤੀ ਹੈ, ਸਿੱਖ ਦੇ ਵਿੱਚ ਹੀ ਗਲਤੀ ਹੈ, ਫਿਰ ਗੁਰੂ ਉੱਥੇ ਕੀ ਕਰੇ? ਤੋ ਤੁਮੀ ਤੁਮਾ ਵਿਸ ਅੱਕ ਤੁਮੇ ਜ਼ਹਿਰ। ਅੱਕ ਵੀ ਕੌੜਾ ਹੈ, ਇਹ ਵੀ ਚੜ ਜਾਂਦਾ ਹੈ, ਧਤੂਰਾ ਵੀ ਕੌੜਾ ਹੈ, ਨਿੰਮ ਵੀ ਕੌੜਾ ਹੈ। ਮਨਮੁਖ ਵਸੈ ਤਿਸ ਜਿਸ ਤੋਂ ਚਿਤ ਨ ਆਵੀ। ਮਨਮੁਖਾਂ ਦਾ ਜੀਵਨ ਇਹਨਾਂ ਜੂਨਾਂ ਵੱਲ ਜਾਂਦਾ, ਭਾਵ ਰੂਹਾਂ ਇਹਨਾਂ ਜੂਨਾਂ ਨੂੰ ਵੀ ਭੋਗਦੀਆਂ। ਨਾਨਕ ਕਹੀਐ ਕਿਸ, ਕਿਹਨੂੰ ਸਮਝਾਈਏ ਭਾਈ? ਹੁਣ ਕਿਹਨੂੰ ਰੋਕੀਏ? ਧਰਮਰਾਜ ਨੂੰ ਵੀ ਰੋਕ ਨਹੀਂ ਸਕਦੇ, ਉਹਨੇ ਆਪ ਦਾ ਹਿਸਾਬ ਲਾਉਣਾ, ਉਹਨੇ ਫਲ ਦੇਣਾ ਸਭ ਨੂੰ ਕਰਮਾਂ ਦਾ। ਗੁਰੂ ਸਾਹਿਬ ਦੀ ਡਿਊਟੀ ਲਾਈ ਹੋਈ ਹੈ ਉਸ ਦੀ। ਹੰਡਨ ਕਰਮਾਂ ਬਾਹਰੇ, ਇਹ ਮਾੜੇ ਕਰਮਾਂ ਕਰਕੇ ਇਹਨਾਂ ਜੂਨਾਂ ਵਿੱਚ ਹੰਡਦੇ ਨੇ, ਭਾਵ ਟੇਢੀਆਂ ਜੂਨਾਂ ਵਿੱਚ ਜਾਂਦੇ ਨੇ। ਮਹੱਲਾ ਪਹਿਲਾ। ਮਤ ਪੰਖੇਰੋ ਕਿਰਤ ਸਾਥ, ਕਵ ਉੱਤਮ ਕਵ ਨੀਚ। ਮਤ ਭਾਵ ਸੁਰਤ,
ਪੰਖੇਰੂ ਭਾਵ ਉੱਡਦੀ ਆ। ਤੁਸੀਂ ਇੱਥੇ ਬੈਠੇ ਹੋ, ਸੁਰਤ ਘਰੇ ਚਲੀ ਗਈ। ਤੁਸੀਂ ਇੱਥੇ ਬੈਠੇ ਹੋ, ਦੁਕਾਨ ਵੀ ਖੋਲ੍ਹਣੀ ਸੀ। ਤੁਸੀਂ ਇੱਥੇ ਬੈਠੇ ਹੋ, ਸੋਚਾਂ ਕਿਤੇ ਹੋਰ ਚੱਲੀ ਜਾਂਦੀਆਂ। ਕਹੋ ਸਤਨਾਮ ਸ੍ਰੀ। ਇਹ ਸਾਡੀ ਸੁਰਤ ਸਾਡੀ ਮਾਤਿਓਂ ਭੱਜੀ ਫਿਰਦੀ ਆ। ਕਈ ਵਾਰੀ ਸੁਰਤ ਵਿੱਚ ਕੀਤੇ ਹੋਏ ਫੁਰਨੇ ਵੀ ਬੀਜ ਬਣ ਜਾਂਦੇ ਆ ਅੱਗੇ ਚੱਲ ਕੇ। ਕਹੋ ਸਤਨਾਮ ਸ੍ਰੀ। ਮਤ ਪੰਖੇਰੂ ਕਿਰਤ ਸਾਥ। ਕੀਤੀ ਹੋਈ ਕਿਰਤ ਭਾਵ ਕਰਮ। ਤਿੰਨ ਤਰ੍ਹਾਂ ਨਾਲ ਆਪਾਂ ਕਰਮ ਕਰਦੇ ਆ, ਮਨ, ਬਚਨ ਤੇ ਕਰਮ। ਮਨ ਕਰਕੇ ਸੁਰਤ ਨਾਲ ਸੋਚ ਕੇ ਜੇ ਮੇਰੇ ਡਿੱਕੇ ਚੜ ਗਿਆ ਤੇ ਰਗੜ ਦੂੰਗਾ, ਇਹ ਬਣਾ ਲਿਆ ਅਸੀਂ ਬੀਜ। ਕਹੋ ਸਤਨਾਮ ਸ੍ਰੀ। ਇਹ ਸੂਖਮ ਬੀਜ ਬਣ ਗਿਆ। ਕਈ ਦਿਨ ਸੋਚਦਾ ਰਿਹਾ, ਜਿੱਦੇ ਮੈਨੂੰ ਟੱਕਰ ਗਿਆ ਉਹਦੇ ਮਾਰੂੰਗਾ। ਕਿਸੇ ਨਾਲ ਦੁਸ਼ਮਣੀ ਹੋਵੇ, ਕੋਈ ਈਰਖਾ ਹੋਵੇ, ਦਵੈਤ ਹੋ ਜੇ, ਦਿਮਾਗ ਵਿੱਚ ਫੁਰਨਾ ਬਣਾਈ ਜਾਂਦਾ ਬਣਾਈ ਜਾਂਦਾ ਬਣਾਈ ਜਾਂਦਾ, ਉਹ ਬੀਜ ਬਣ ਜਾਂਦਾ। ਤੇ ਜਿੱਦੇ ਟੱਕਰ ਗਿਆ ਉਹਦੇ ਸ਼ਸਤਰ ਮਾਰ ਕੇ ਵੱਢ ਦਿੰਦਾ, ਤੇ ਫਿਰ ਉਹਦੇ ਦੁੱਖ ਭੋਗਦਾ ਜੇਲ੍ਹ ਵਿੱਚ ਜਾ ਕੇ। ਕਹੋ ਸਤਨਾਮ ਸੀ। ਆ ਜਿਹੜੇ ਇੱਕ ਦੂਜੇ ਨੂੰ ਮਾਰਨਾ ਨਾ, ਇਹ ਕਰਮਾਂ ਦੇ ਫਲ ਚੱਲ ਰਹੇ ਆ। ਉਹਨੇ ਉਹਨੂੰ ਮਾਰਿਆ ਸੀ, ਉਹਨੇ ਜਨਮ ਲੈ ਕੇ ਉਹਨੂੰ ਮਾਰਤਾ। ਉਹ ਮਰਦਾ ਹੋਇਆ ਸੋਚਦਾ ਹੋਣਾ ਕੋਈ ਨਹੀਂ, ਫਿਰ ਬਦਲਾ ਲਊਂਗਾ। ਉਹ ਦੁਬਾਰੇ ਫਿਰ ਜੰਮ ਲੈ, ਫਿਰ ਉਹਨਾਂ ਨੂੰ ਆ ਕੇ ਮਾਰਦਾ। ਇਹ ਚੱਲਦਾ ਰਹਿੰਦਾ ਸਦਨੇ ਤੇ ਬੱਕਰੇ ਵਾਲੀ ਗੱਲ। ਕਹੋ ਸਤਨਾਮ ਸੀ। ਸਦਨੇ ਕੋਲੇ ਰਾਜੇ ਦੇ ਬੰਦੇ ਆ ਗਏ ਰਾਤ ਨੂੰ, ਵੀ ਥੋੜ੍ਹਾ ਮਾਸ ਦੇ ਸਾਡੇ ਰਿਸ਼ਤੇਦਾਰ ਆਏ ਆ, ਰਾਜੇ ਨੇ ਭੇਜਿਆ। ਉਹ ਦਿਨ ਵਾਲਾ ਬੱਕਰਾ ਸਾਰਾ ਵੇਚਤਾ ਸੀਗਾ, ਜਿਉਂਦਾ ਖੜਾ ਸੀਗਾ। ਵੀ ਰਾਜੇ ਦੇ ਬੰਦੇ ਆ, ਡਰ ਵੀ ਗਿਆ ਪਹਿਲਾਂ ਤਾਂ, ਵੀ ਜਵਾਬ ਕਿਵੇਂ ਦੇਵਾਂ। ਚੱਲ ਇੱਦਾਂ ਕਰਦੇ ਆ, ਸਾਰਾ ਨਹੀਂ ਵੱਢਦੇ, ਧੌਣ ਨਹੀਂ ਵੱਢਦੇ, ਆਪਾਂ ਇੱਕ ਲੱਤ ਵੱਢ ਕੇ ਦੇ ਦਿੰਦੇ ਆ, ਬਾਕੀ ਤੜਕੇ ਲਾਹ ਲਾਂਗੇ, ਖੱਲ ਖੁੱਲ ਜੇ। ਰਾਤ ਨੂੰ ਖੱਲ ਲਾਉਂਦਾ ਤੇ ਉਹ ਤੜਕੇ ਨੂੰ ਖਰਾਬ ਹੁੰਦਾ, ਬੇਹਾ ਹੁੰਦਾ। ਉਹ ਲੈ ਕੇ ਛੁਰੀ, ਕਹਿੰਦੇ ਬੱਕਰੇ ਦੀ ਲੱਤ ਵੱਢਣ ਕੰਨੀ ਜਦ ਹੋਇਆ ਨਾ, ਇਤਿਹਾਸ ਵਿੱਚ ਕਹਿੰਦੇ ਆ ਬੱਕਰਾ ਹੱਸਿਆ, ਬੱਕਰਾ ਬੋਲਿਆ। ਅਸਲ ਵਿੱਚ ਉਹਦਾ ਅੰਦਰ ਆਤਮਾ ਬੋਲੀ, ਉਹਦੀ ਜ਼ਮੀਰ ਬੋਲੀ। ਕੀ ਬੋਲੀ? ਵੀ ਮੈਂ ਲੱਤ ਵੱਢ ਦਊਂਗਾ, ਵਿਚਾਰਾ ਸਾਰੀ ਰਾਤ ਤੜਫੂਗਾ। ਬਸ ਦਇਆ ਆਈ ਤੇ ਬੰਦਾ ਧਰਮੀ ਹੋ ਗਿਆ। ਜੇ ਦਇਆ ਨਹੀਂ ਤੇ ਵੱਡੇ ਵੱਡੇ ਸਿੱਧ ਵੀ ਕਸਾਈ ਹੈ। ਕਹੋ ਸਤਨਾਮ। ਸਿੱਧ ਵੀ ਕਸਾਈ ਹੈ। ਜਿਸ ਵੇਲੇ ਦਇਆ ਆਈ, ਬਈ ਮੈਂ ਲੱਤ ਵੱਢਤੀ ਤੇ ਸਾਰੀ ਰਾਤ ਤੜਫੂਗਾ। ਇਤਿਹਾਸ 'ਚ ਲਿਖਿਆ ਵੀ ਬੱਕਰਾ ਕਹਿੰਦਾ, ਓਏ ਨਵੀਂ ਭਾਜੀ ਨਾ ਪਾ, ਤੂੰ ਮੇਰੀ ਧੌਣ ਵੱਢ ਦਿੰਦਾ, ਮੈਂ ਜੰਮ ਕੇ ਤੇਰੀ ਵੱਢ ਦਿੰਦਾ। ਤੂੰ ਮੇਰੀ ਵੱਢ ਦਿੰਦਾ, ਮੈਂ ਤੇਰੀ ਵੱਢ ਦਿੰਦਾ। ਆ ਤੂੰ ਲੱਤ ਵੱਢ ਕੇ ਨਾ ਸਿੱਟ, ਫਿਰ ਮੈਂ ਤੇਰੀ ਲੱਤ ਵੱਢ ਕੇ ਸਿੱਟੂੰਗਾ, ਮੁੜ ਕੇ ਤੂੰ ਤੜਫੇਂਗਾ। ਇਹ ਉਹਦੇ ਅੰਦਰ ਜ਼ਮੀਰ 'ਚੋਂ ਆਵਾਜ਼ ਨਿਕਲੀ ਆ। ਕਹੋ ਸਤਨਾਮ ਸੀ। ਮਹਾ ਕਸਾਬ ਛੁਰੀ ਸੱਟ ਪਾਈ, ਦਇਆ ਆਈ, ਰਾਜੇ ਦਾ ਡਰ ਵੀ ਖਤਮ ਹੋ ਗਿਆ। ਜਦ ਆਤਮਾ ਦੀ ਆਵਾਜ਼ ਸੁਣੀ ਤੇ ਡਰ ਵੀ ਖਤਮ ਹੋ ਗਿਆ, ਤੇ ਛੁਰੀ ਸਿੱਟ ਕੇ ਕਹਿੰਦਾ, ਰਾਜੇ ਨੂੰ ਕਹਿ ਦਿਓ ਸਦਨਾ ਕਸਾਈ ਮਰ ਗਿਆ। ਕਹੋ ਸਤਨਾਮ ਸੀ। ਸਦਨਾ ਕਸਾਈ ਹੈ ਨਹੀਂ ਹੋਣਾ। ਉਹ ਸਦਨਾ ਫਿਰ ਉੱਥੇ ਹੀ ਛੁਰੀ ਸਿੱਟ ਕੇ ਉੱਥੇ ਹੀ ਜਿਉਂਦੇ ਬੱਕਰੇ ਛੱਡ ਦਿੱਤੇ। ਜਾਓ ਜਿੱਧਰ ਮਰਜੀ, ਮੈਂ ਨਹੀਂ ਵੱਢਣੇ ਹੁਣ। ਕਹੋ ਸਤਨਾਮ। ਅੱਜ ਦੀਆਂ ਲੜਾਈਆਂ ਇੱਕ ਦੂਜੇ ਨੂੰ ਮਾਰਨ ਦੀਆਂ ਇਹ ਹਿਸਾਬ ਕਿਤਾਬ ਚੱਲਦੇ ਆ ਰਹੇ ਆ। ਗੁਰੂ ਪਾਤਸ਼ਾਹ ਕਹਿੰਦੇ ਹੰਡਣ ਕਰਮਾਂ ਬਾਰੇ। ਮਤ ਪੰਖੇਰੂ ਕਿਰਤ ਸਾਥ। ਸਾਡੀ ਸੁਰਤ ਜਿਹੜੀ ਹੈ ਇਹ ਪੰਖੇਰੂ ਪੰਛੀ ਦੀ ਨਿਆਈ ਉੜਦੀ ਰਹਿੰਦੀ ਆ, ਕਦੇ ਕੋਈ ਫੁਰਨਾ ਕਦੇ ਕੋਈ ਫੁਰਨਾ। ਮਨ ਕਰਕੇ ਵੀ ਅਸੀਂ ਬੀਜ ਮਾੜਾ ਚੰਗਾ ਬਣਾ ਸਕਦੇ ਹਾਂ। ਹੱਥ ਨਾਲ ਸੇਵਾ ਕਰਕੇ, ਕਿਸੇ ਦਾ ਨੁਕਸਾਨ ਕਰਕੇ ਵੀ ਚੰਗਾ ਤੇ ਮਾੜਾ ਬੀਜ ਬਣਦਾ ਹੈ। ਮੂੰਹ ਨਾਲ ਕਿਸੇ ਨੂੰ ਗਾਲ ਕੱਢ ਕੇ ਤੇ ਮੂੰਹ ਨਾਲ ਬਾਣੀ ਪੜ੍ਹ ਕੇ ਵੀ ਚੰਗਾ ਤੇ ਮਾੜਾ ਦੋਨੇ ਬੀਜ ਬਣਦੇ ਆ। ਕਹੋ ਸਤਨਾਮ ਸੀ। ਜੇ ਬਾਣੀ ਮੂੰਹ ਨਾਲ ਉਚਾਰਨ ਕਰਕੇ ਸਾਡਾ ਭਲਾ ਹੋ ਸਕਦਾ ਹੈ, ਫਿਰ ਕਿਸੇ ਨੂੰ ਗਾਲਾਂ ਕੱਢ ਕੇ, ਕਿਸੇ ਨਾਲ ਈਰਖਾ ਕਰਕੇ, ਕਿਸੇ ਨੂੰ ਦੁਖਾ ਕੇ, ਕਿਸੇ ਦਾ ਦਿਲ ਦੁਖਾ ਕੇ ਅਸੀਂ ਉਹ ਵੀ ਬੀਜ ਬਣਾ ਰਹੇ ਹਾਂ। ਕਹੋ ਸਤਨਾਮ ਸੀ। ਮਤ ਪੰਖੇਰੂ ਕਿਰਤ ਸਾਥ। ਵਾਸੇ ਸਾਡੀ ਸੁਰਤ ਦਾ ਹਿਸਾਬ ਕਿਤਾਬ ਹੈ। ਸੁਰਤ ਨਾਲ ਸ਼ੁਰੂਆਤ ਹੁੰਦੀ ਹੈ, ਹੱਥਾਂ ਦੇ ਨਾਲ ਵੀ ਤੇ ਜੀਭ ਦੇ ਨਾਲ ਸਮਾਪਤੀ ਹੁੰਦੀ ਹੈ। ਸਾਡੇ ਅੰਦਰ ਬੀਜ ਬੀਜਿਆ ਜਾਂਦਾ, ਫਿਰ ਉਹ ਬੀਜ ਵੱਢਣਾ ਪੈਂਦਾ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੇ ਉਨਕ ਤਾਇੰਦਾ, ਪੈਂਦਾ ਲੋੜ ਹੈ ਪੱਟ। ਧਾਰਮਿਕ ਸਥਾਨ ਤੇ ਜਾਣ ਦਾ ਮਤਲਬ ਹੀ ਆਪਣੇ ਪਿਛਲੇ ਸਾਰੇ ਮਾੜੇ ਕਰਮਾਂ ਨੂੰ ਖਤਮ ਕਰਨਾ। ਤੇ ਜੇ ਖਤਮ ਹੀ ਨਹੀਂ ਕਰਦਾ, ਨਵੇਂ ਬਣਾਈ ਜਾਂਦਾ, ਗੁਰਦੁਆਰੇ ਆ ਕੇ ਵੀ ਬਣਾਈ ਜਾਂਦਾ, ਫਿਰ ਆਉਣ ਦਾ ਕੀ ਫਾਇਦਾ। ਕਹੋ ਸਤਨਾਮ।
ਪਿਓ ਦੀ ਖੇਤੀਬਾੜੀ ਕਰ ਲੈ, ਆਪਦੇ ਘਰੇ ਵਗ ਜੇ, ਕੋਈ ਦੁਕਾਨਦਾਰੀ ਕਰ ਲੈ, ਕੋਈ 4 ਪੈਸੇ ਕਮਾ ਕੇ ਜਵਾਕਾਂ ਨੂੰ ਦੇ ਦੇਵੇ। ਗੁਰਦੁਆਰੇ ਤਾਂ ਪੜ੍ਹਾਈ ਵਾਸਤੇ ਆਉਣੇ ਆ, ਜੇ ਪੜ੍ਹਨਾ ਨਹੀਂ ਤੇ ਫਿਰ ਨਾਂ ਘਟਾ ਦਿਓ ਆਪਦਾ, ਕਹੋ ਸਤਨਾਮ। ਜੇ ਪੜ੍ਹਨਾ ਆਉਣਾ ਤੇ ਫਿਰ ਪੜ੍ਹਾਈ ਕਰੋ, ਨਾ ਤਾਂ ਕੱਟ ਹੀ ਦੇਣਾ ਰੱਬ ਨੇ ਫਿਰ ਵੀ ਇਹ ਗਿਆ ਤਾਂ ਸੀ ਪਰ ਪੜ੍ਹਿਆ ਨਹੀਂ ਉੱਥੇ। ਜਿਵੇਂ ਸਕੂਲ ਜਾਂਦਾ ਗਵੀਰਿਆਂ 'ਚ ਬਹਿ ਕੇ ਮੁੜ ਆਉਂਦਾ ਸੀ, ਕਹੋ ਸਤਨਾਮ ਸੀ। ਮਤ ਪਖੇਰੋ ਕਿਰਤ ਸਾਥ, ਕਬ ਉੱਤਮ ਕਬ ਨੀਚ। ਉਹਨਾਂ ਫੁਰਨਿਆਂ ਕਰਕੇ, ਉਹਨਾਂ ਕਰਮਾਂ ਕਰਕੇ ਕਦੇ ਨੀਵੀਂ ਜੂਨ ਵੀ ਚਲਿਆ ਜਾਂਦਾ, ਕਦੇ ਚੰਗੀ ਜੂਨ ਵੀ ਮਿਲ ਜਾਂਦੀ ਹੈ। ਚੰਗੇ ਕਰਮ ਕਰੇਗਾ ਚੰਗੀ ਜੂਨ ਮਿਲ ਜੂ, ਮਾੜੇ ਕਰਮ ਕਰੇਗਾ ਮਾੜੀ ਜੂਨ ਮਿਲ ਜੂਗੀ। ਉਹ ਸਾਧ ਜਿਹੜਾ 6ਵੇਂ ਪਾਤਸ਼ਾਹ ਦੀ ਜੰਗਲ 'ਚ ਬੈਠੇ ਆ, ਸ਼ਿਕਾਰ ਖੇਡਣ ਗਏ ਆ, ਦੁਪਹਿਰਾ ਕੱਟ ਰਹੇ ਨਾ, ਇੱਕ ਵੱਡਾ ਮੋਟਾ ਸੱਪ ਆ ਰਿਹਾ। ਪਾਤਸ਼ਾਹ ਜੀ ਦੇ ਸਿੱਖ ਉੱਠ ਕੇ ਸੱਪ ਨੂੰ ਮਾਰਨ ਲੱਗੇ, ਕਹਿੰਦੇ ਠਹਿਰ ਜੋ, ਆ ਜਾਣ ਦਿਓ, ਇਹਦਾ ਸ਼ਾਇਦ ਅੱਜ ਭਲਾ ਹੀ ਹੋਣਾ। ਪਾਤਸ਼ਾਹ ਜੀ ਦੇ ਚਰਨਾਂ ਕੋਲ ਪਹੁੰਚ ਗਿਆ, ਰੀਂਗਦਾ ਕੀੜੀਆਂ ਲੱਗੀਆਂ ਹੋਈਆਂ ਬੇਅੰਤ ਉਸ ਨੂੰ, ਮਾਸ ਪੱਟ ਕੇ ਖਾ ਰਹੀਆਂ। ਤੇ ਪਾਤਸ਼ਾਹ ਜੀ ਨੇ ਸੱਜੇ ਪੈਰ ਦਾ ਅੰਗੂਠਾ ਉਹਦੇ ਸਿਰ ਤੇ ਉਹ ਰੱਖਿਆ ਤੇ ਸੱਪ ਸਰੀਰ ਛੱਡ ਗਿਆ, ਤੇ ਨਾਲ ਹੀ ਉਹ ਕੀੜੀਆਂ ਵੀ ਮਰ ਗਈਆਂ। ਸਿੱਖ ਕਹਿੰਦੇ ਜੀ ਇਹ ਕੀ, ਕੋਈ ਬਹੁਤਾ ਮਾਰਿਆ ਨਹੀਂ, ਆਈ ਜਾਨ ਨਿਕਲ ਗਈ, ਇਹ ਕੌਣ ਹੈ? ਕਹਿੰਦੇ ਪੁੱਛੋ ਇਹਨੂੰ ਕੌਣ ਹੈ ਤੂੰ ਬਈ ਓਏ। ਜਾਨ ਛੱਡੀ ਤੇ ਸਾਹਮਣੇ ਰੂਹ ਜਿਹੜੀ ਹੈ ਦਿਵਿਆ ਰੂਪ ਧਾਰ ਕੇ ਸਾਹਮਣੇ ਖੜ ਗਈ। ਕਹਿੰਦਾ ਮੈਂ ਉਹ ਸਾਧ ਹਾਂ ਜਿਹਨੇ ਜਨਤਾ ਦਾ ਸਮਾਨ ਤਾਂ ਖਾਧਾ ਪਰ ਜਨਤਾ ਦਾ ਭਲਾ ਨਹੀਂ ਕਰ ਸਕਿਆ, ਕਹੋ ਸਤਨਾਮ ਸੀ। ਮੈਂ ਸਾਧ ਬਣ ਕੇ ਲੋਕਾਂ ਦੀਆਂ ਦੁੱਧ ਮਲਾਈਆਂ ਤਾਂ ਖਾਧੀਆਂ, ਸਭ ਕੁਝ ਖਾਧਾ, ਪਰ ਮੈਂ ਜਨਤਾ ਨੂੰ ਵਾਪਸੀ ਕੁਛ ਨਹੀਂ ਦਿੱਤਾ। ਮੈਂ ਆਪ ਗੁਰੂ ਬਣ ਕੇ ਬਹਿ ਗਿਆ, ਪਰ ਮੈਂ ਖੁਦ ਗੁਰੂ ਵਾਲਾ ਨਹੀਂ ਸੀ, ਮੈਂ ਮਨਮੁਖ ਸੀ। ਤੇ ਫਿਰ ਅੱਜ ਕਹਿੰਦੀ ਅੱਜ ਮੈਨੂੰ ਪਤਾ ਲੱਗਿਆ ਤੁਸੀਂ ਆਏ ਹੋ ਤੇ ਤੁਹਾਡੀ ਕਿਰਪਾ ਨਾਲ ਉਧਾਰ ਹੋ ਗਿਆ। ਤੇ ਆ ਕੀੜੀਆਂ, ਇਹ ਕਹਿੰਦੀ ਉਹੀ ਚੇਲੇ ਆ ਜਿਨ੍ਹਾਂ ਦੀਆਂ ਦਹੀਆਂ ਮਲਾਈਆਂ ਦੁੱਧ ਆਦਿ ਮੈਂ ਖਾਧਾ ਪੀਤਾ, ਜਿਨ੍ਹਾਂ ਦੀ ਮਾਇਆ ਖਾਧੀ ਪੀਤੀ, ਇਹ ਮੇਰਾ ਮਾਸ ਖਾ ਕੇ ਹਿਸਾਬ ਬਰਾਬਰ ਕਰ ਰਹੇ ਸੀ। ਅੱਜ ਇਹਨਾਂ ਦਾ ਵੀ ਉਧਾਰ ਹੋ ਗਿਆ ਗੁਰੂ ਨਾਨਕ ਦੇ ਚਰਨੀ ਲੱਗ ਕੇ, ਤੇ ਮੇਰਾ ਵੀ ਹੋ ਗਿਆ, ਕਹੋ ਸਤਨਾਮ ਸੀ। ਤੁਹਾਡੇ ਚਰਨੀ ਲੱਗ ਕੇ ਖੈਰ ਅੱਗੇ ਚੱਲੀਏ। ਮਤ ਬਖੇਰੂ ਕਿਰਤ ਸਾਥ, ਭਾਵ ਕੀਤਾ ਹੋਇਆ ਕਰਮ ਜਿਹੜਾ ਉਹ ਨਾਲ ਜਾਊਗਾ। ਤੁਹਾਡੇ 3 ਮਿੱਤਰ ਹੈ, ਇੱਕ ਸ੍ਰਿਸ਼ਟੀ ਦੇ ਮਨੁੱਖ, ਰਿਸ਼ਤੇਦਾਰ, ਦੋਸਤ ਮਿੱਤਰ ਮਨੁੱਖ, ਦੂਜਾ ਮਿੱਤਰ ਹੈ ਮਾਇਆ। ਮਾਇਆ ਉਹਨਾਂ ਚਿਰ ਮਿੱਤਰ ਹੈ ਜਿੰਨਾ ਚਿਰ ਜਿਉਂਦੇ ਹੋ, ਮਰਨ ਤੋਂ ਬਾਅਦ ਮਾਇਆ ਕਿਸੇ ਹੋਰ ਦੀ। ਮਨੁੱਖ ਵੀ ਉਹਨਾਂ ਚਿਰ ਮਿੱਤਰ ਹੈ ਸਾਡੇ ਜਿੰਨਾ ਚਿਰ ਅਸੀਂ ਉਹਨੂੰ ਕੁਛ ਲੈਂਦੇ ਦਿੰਦੇ ਆ, ਜਦੋਂ ਮਰ ਗਏ ਉਦੋਂ ਉਹ ਵੀ ਸਾਡੇ ਨਹੀਂ, ਉਹ ਵੀ ਸਾਡੇ ਡੱਕੇ ਤੋੜ ਕੇ ਚਿਖਾ ਸਿੱਟਣ, ਕਹਿੰਦੇ ਤੂੰ ਜਾ, ਸਾਡਾ ਕੁਛ ਨਹੀਂ ਲੱਗਦਾ ਤੇ ਅਸੀਂ ਤੇਰੇ ਕੁਛ ਨਹੀਂ ਲੱਗਦੇ, ਕਹੋ ਸਤਨਾਮ ਸੀ। ਤੀਜਾ ਮਿੱਤਰ ਕਰਮ, ਇਹ ਨਹੀਂ ਮੁੜਦਾਗਾ, ਇਹ ਧੁਰ ਜਾਊਗਾ ਧਰਮ ਰਾਜ ਤੱਕ, ਆਪਣਾ ਹਿਸਾਬ ਕਿਤਾਬ ਕਰਾ ਕੇ ਫਿਰ ਪਿੱਛੇ ਹਟੂਗਾ, ਕਹੋ ਸਤਨਾਮ ਸੀ। ਕਿਰਤ ਸਾਥ, ਇਹ ਨਾਲ ਜਾਊਗੀ। ਕਬ ਉੱਤਮ ਕਬ ਨੀਚ, ਕਦੇ ਸਾਡੀ ਨੀਚੀ ਨੀਵੀਂ ਜੂਨ ਮਿਲ ਜਾਂਦੀ ਆ, ਕਦੇ ਚੰਗੀ ਕਦੇ ਮਾੜੀ। ਕਬ ਚੰਦਨ ਕਬ ਅੱਕ ਡਾਲ, ਕਦੇ ਚੰਦਨ ਦਾ ਦਰਖਤ ਵੀ ਬਣ ਸਕਦਾ ਤੂੰ ਜੇ ਲੋਕਾਂ ਨੂੰ ਖੁਸ਼ਬੂ ਦੇਵੇਂ ਮਨੁੱਖਾ ਜਨਮ 'ਚ। ਭਾਵ ਜੇ ਲੋਕਾਂ ਦਾ ਭਲਾ ਕਰੇ, ਖੁਸ਼ਬੂ ਦੇਣ ਦਾ ਮਤਲਬ ਸਭ ਨੂੰ ਮਿੱਠਾ ਬੋਲੇ। ਹੋ ਸਕਦਾ ਤੈਨੂੰ ਚੰਦਨ ਦੀ ਜੂਨ ਮਿਲ ਜਾਵੇ, ਕਹੋ ਸਤਨਾਮ। ਚੰਦਨ ਵਰਗਾ ਸੁਭਾਅ ਰੱਖੇਗਾ, ਚੰਦਨ ਦਾ ਸੁਭਾਅ ਦੇਖ ਲਓ। ਚੰਦਨ ਦੇ ਦੁਆਲੇ ਸੱਪ ਲਿਪਟ ਜਾਂਦੇ ਆ ਜ਼ਹਿਰੀਲੇ, ਚੰਦਨ ਉਹਨਾਂ ਨੂੰ ਵੀ ਠੰਡ ਦੇ ਦਿੰਦਾ, ਕਹੋ ਸਤਨਾਮ। ਉਹ ਲਿਪਟਦੇ ਤਾਂ ਹੀ ਆ, ਚੰਦਨ ਠੰਡਾ ਹੁੰਦਾ। ਚੰਦਨ ਕੋਲੇ ਦਰਖਤ ਕੋਈ ਵੀ ਉਗਰੇ ਆਵੇ, ਉਹਨਾਂ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਪਰ ਇੱਕ ਦਰਖਤ ਹੈ ਜਿਹੜਾ ਚੰਦਨ ਦੀ ਖੁਸ਼ਬੂ ਨੂੰ ਗ੍ਰਹਿਣ ਨਹੀਂ ਕਰਦਾ, ਉਹ ਹੈ ਬਾਂਸ, ਤੇ ਮਨਮੁਖ ਬਾਂਸ ਵਰਗਾ ਵੀ ਹੈ, ਕਹੋ ਸਤਨਾਮ। ਇਹ ਗੁਰੂ ਘਰ ਆ ਕੇ ਵੀ ਗੁਰੂ ਘਰ ਦੀ ਖੁਸ਼ਬੂ ਨੂੰ, ਭਾਵ ਗੁਰੂ ਦੇ ਬਚਨਾਂ ਨੂੰ ਗ੍ਰਹਿਣ ਨਹੀਂ ਕਰਦਾਗਾ। ਕਬ ਚੰਦਨ ਕਬ ਅੱਕ ਡਾਲ, ਕਦੇ ਅੱਕ ਵਰਗਾ ਸੁਭਾਅ ਕੌੜਾ, ਕਦੇ ਚੰਦਨ ਵਰਗਾ ਸੁਭਾਅ, ਕਦੇ ਅੱਕ ਡਾਲ, ਕਦੇ ਟਿੱਡਾ ਬਣ ਕੇ ਅੱਕ ਤੇ ਬਹਿੰਦਾ ਤੇ ਅੱਕ ਨੂੰ ਖਾਂਦਾ, ਕਹੋ ਸਤਨਾਮ। ਏਡੀਆਂ ਜੂਨਾਂ, ਜਿਹੋ ਜੇ ਕਰਮ ਕਰਾਂਗੇ ਉਹੋ ਜਿਹਾ ਫਲ ਮਿਲੂਗਾ। ਇਸ ਕਰਕੇ ਗੁਰੂ ਘਰ ਆ ਕੇ ਵੀ ਜੇ ਨਿੰਦਿਆ ਚੁਗਲੀ, ਇੱਕ ਦੂਜੇ ਨਾਲ ਸਾੜਾ ਈਰਖਾ ਕਰਨਾ ਨਹੀਂ ਛੱਡਣਾ, ਤਾਂ ਫਿਰ ਕੋਈ ਫਾਇਦਾ ਨਹੀਂ ਆਉਣ ਦਾ ਇੱਥੇ। ਪ੍ਰੀਤਮ ਜੀ ਕਹਿੰਦੇ ਕਬ ਉੱਚੀ ਪ੍ਰੀਤ ਕਰੇ, ਇਹ ਉੱਚੀ ਪ੍ਰੀਤ, ਸਭ ਤੋਂ ਉੱਚੀ ਪ੍ਰੀਤ ਤਾਂ ਗੁਰੂ ਨਾਲ ਹੈ। ਕੋਈ ਬਿਰਲਾ ਗੁਰੂ ਨਾਲ ਪ੍ਰੀਤੀ ਵੀ ਪਾ ਲੈਂਦਾ ਹੈ।
दुनिया नाल प्रेम भी करदा है। साच कहो सुन लिहो सब है, जिन प्रेम कियो तिन ही प्र पायो। सिरे दी गल पातशाह ने कहती बस। प्रेम दे नाल ही परमेश्वर मिलना, ते परमेश्वर दुनिया विच ही वसदा है, परमेश्वर किधरे होर नहीं वसदा। संसार दे नाल प्यार करो, अपने अंदरों लभो। अगे प्रीतम जी कहंदे नानक हुक्म चलाईए साहिब लगी रीत। कहंदे जदों असीं उस परिपूर्ण परमेश्वर परमात्मा की निगाह दे विच पूर्ण चढ़ जावांगे ते ओहदे हुक्म दे नाल असीं पास हो गए ते असीं ओहदे विच मिल जावांगे। नहीं तो फिर कई जन पे कीट पतंगा, कई जन्म का जमीन कुरंगा। वो मूल चंद खतरी खरगोश की जून चो लभ्या। 10वें पातशाह जी ने जिहड़ा बाबे नानक तो विछड़िया सी, उन्हें झूठ बोलिया सीगा, डरदे ने घर वाली तो। पहली बार बाबा जी नूं मिलिया सीगा जदों 2 पैसिਆਂ ਦਾ सच ते झूठ खरीदिया सीगा। कई महीनों बाद दोबारा पातशाह मिलने चले गए भी अपना मित्र है, चल मरदानिया मिल के आईए मूले नूं। मूले दे बाहर च गए, आवाज मारी, ओ मूले आ। घर वाली कहती उही साध आ गया, ये पहला लै गया सी नाल मेरे घर वाले नूं 6 महीने मोड़िया ही नहीं गा। लै गए नाल चलिया गया आपकी मर्जी नाल ही, 6 महीने मुड़े ही नहीं। वो कहती फिर लैन आ गया, भज के पहले ही बाहर आ गई। कहती वो घरे है नहीं गा, देख लो भाई घरे ही होना है। नहीं जी नहीं घरे है नहीं गा। चल नहीं होना भाई, चल मरदानिया चलीए। जाके बार बार बह गए पिंड दे फिरनी च। पिछे जाके आजा आजा गया साध, पर पिछे जाके की वेखदी आ, उन्होंने काला सप लड़िया पिया। झूठ बोलना इन्ना माड़ा है, सप दे डंग वर्गा है। कहो सतनाम। इस करके पातशाह कहने सच बोलो। फिर रौला पाता, मारी गई वे, पट्टी गई वे, लोको भजो वे, आओ वे, आंढी गुआंढी की हो गया। कहने सप लड़ गया मूले नूं। की हो गया? वो साधु आया सी ननकाना साहब वाला बाबा नानक। मैं कहता वो घरे है नहीं, तो कहते चल नहीं होना मरदानिया चलीए। सार जे कह दे नहीं होना तो फिर किवें होवे। कहो सतनाम, मर गया। झग निकलदी है, मंजे ते पाया, भज्जे 4 बंदे चक के मंजा मगर बाबे कोल फिरनी ते बैठे आ। महाराज जी बचाओ बचाओ। की हो गया भाई? मर जा मूला सोडा मित्र। कहने मित्र तो असीं मिलन गए सीगे, कित्थे सी ये? बीबी कहने जी घरे ही सीगा। पातशाह कहने हुण तां घरे है नहीं गा। भाव मर गया, शरीर च है नहीं। कहने हुण तां घरे है नहीं, हुण तां 10वें जामे सांभांगे। कहो सतनाम। इनू साड़ दिओ, हुण शरीर खराब हो गया है, हुण इह च रूह नहीं वड़दी। रूह बचपन विच ही वड़दी है, एक बार निकल गई फिर नहीं वड़दी इहदे च। कहो सतनाम श्री गुरु कृपा करन। इस करके गुरु प्यारो जिहो जे जीव कर्म करदा है ना, सोच समझ के करो। दिमाग दे नाल सोचना भी गलत माड़ा है, अगे करना भी माड़ा है, ते मूँह नाल बोलना भी माड़ा। कहो सतनाम श्री। चंदू ने कर्म कीते, गुरु अर्जन देव जी नूं तसीहे दिते, लेकिन गुरु अर्जन देव जी ने उन्होंने एक भी माड़ा वचन नहीं बोलिया, क्योंकि नवा बीज नहीं बनाउणा मैं हुण। कहो सतनाम श्री। उन्हें तसीहे दिते, लेकिन पातशाह जी ने कुछ नहीं कहा। सिखा ने कहा सानू आग्या दिओ, चंदू किहड़े बाग दी मूली है, लाहौर ते दिल्ली दी इट इट खड़का दिए। बोले बोले इन्नी शक्ति कित्थों लै ली तुसीं जी? तुहाडी सेवा करके लई आ, फिर साडे कोल किहड़ा मुक्की आ? आपां कुछ नहीं करना, ये फिर देखी जाऊगी। तुसीं चुप करके बह जाओ। एवें क्यों इन्हां दीयां झड़कां खाने हो, डंडे खाने हो पुलिस वालियां दे? जो करदा करन दिओ। ਉਹਨੇ पूरा जोर ला के गुरु अर्जन देव जी ਨੂੰ सच तो ਡਲਾਉਣ वास्ते बड़े तरह के तसीहे दिते। अखीर गुरु साहब ने वेख्या कि साडा अंत समा नेड़े आ गया, तो रावी दे कोल जाके जपजी साहब का पाठ करके इशनान करते हुए शरीर त्याग दिता। इस करके कर्मां का फल भोगना पैंदा, चाहे मूँह नाल सोच लो, चाहे सुरत नाल सोच लो, चाहे हथ नाल कर लो, तो चाहे नाल मूँह नाल बोल के कर लो। ये बच के रहिए। प्रीतम जी कहते पौड़ी केते कह वखान कह कह जावना। कितने ही वख्यान करने वाले दुनिया विच आउंदे आ, वेदां दे ग्रंथां दे। वेद कहे वख्यान अंत ना पावना, पर
ਗ੍ਰੰਥ ਤੇ ਵੇਦ ਇਹ ਕਹਿੰਦੇ ਆ ਕਿ ਰੱਬ ਦਾ ਅੰਤ ਨਹੀਂ ਪਾਇਆ ਜਾਂਦਾ। ਕੋ ਸਤਨਾਮ ਸੀ। ਪੜ੍ਹਿਐ ਨਾਹੀ ਭੇਦ ਬੁੱਝਿਐ ਪਾਵਨਾ। ਪੜ੍ਹ ਕੇ ਨਹੀਂ, ਇਹਨੂੰ ਸਮਝ ਕੇ ਭੇਦ ਆਊਗਾ। ਪੜ੍ਹ ਪੜ੍ਹ ਗੱਡੇ ਲੱਦੀਐ, ਪੜ੍ਹ ਪੜ੍ਹ ਭਰੀਐ। ਸਾਥ ਇਹ ਵੀ ਕਹਿਤਾ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਅਖੀਰ ਤੇ ਪਾਤਸ਼ਾਹ ਕਹਿੰਦੇ ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਨਾ। ਇਹਨੂੰ ਸਮਝੋ ਬਾਣੀ ਕਹਿੰਦੀ ਕੀ ਆ। ਜੇ ਗੁਰਬਾਣੀ ਦੇ ਸਿੱਖ ਬਣਿਓ ਤਾਂ ਗੁਰਬਾਣੀ ਬਣੀ ਆ, ਫਿਰ ਗੁਰਬਾਣੀ ਵਰਗੇ ਬਣ ਜੀਏ। ਕਹੋ ਸਤਨਾਮ। ਗੁਰਬਾਣੀ ਵਰਗੇ ਤਾਂ ਬਣਾਂਗੇ ਫਿਰ ਜੋ ਗੁਰਬਾਣੀ ਕਹਿੰਦੀ ਉਵੇਂ ਚੱਲਾਂਗੇ। ਜੇ ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਨਾ। ਖੱਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਨਾ। 6 ਤਰ੍ਹਾਂ ਦੇ ਭੇਖ, ਜੋਗੀ ਸੰਨਿਆਸੀ ਜੈਨੀ ਮੋਨੀ ਆਦਿ। ਹਿੰਦੂ ਮਤ ਵਿੱਚ ਖੱਟ ਭੇਖ 6 ਭੇਖ ਹੈ। ਕਹਿੰਦੇ ਸਾਰੇ ਭੇਖਾਂ ਦੇ ਵਿੱਚੋਂ ਕੋਈ ਬਿਰਲਾ ਰੱਬ ਵਿੱਚ ਮਿਲਦਾ ਹੈ। ਕਹੋ ਸਤਨਾਮ। ਪਤਾ ਨਹੀਂ ਕਿਹੜੀਆਂ ਕਿਹੜੀਆਂ ਗਲਤੀਆਂ ਕਰਕੇ ਅਸੀਂ ਫੇਰ ਨਵੀਂ ਜੂਨ ਚੱਕ ਲੈਂਦੇ ਹਾਂ। ਅੰਤ ਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਬਲ ਬਲ ਉਤਰੇ। ਤੇ ਫਿਰ ਨਿਕਲੇ ਕਿਵੇਂ? ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਾਰਿਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕਿਆ ਰਿਦੇ ਵਸੇ। ਪ੍ਰੀਤਮ ਜੀ ਕਹਿੰਦੇ ਕੋਈ ਵਿਰਲਾ ਹੀ ਉਹਦੇ ਵਿੱਚ ਮਿਲ ਸਕਦਾ ਹੈ। ਖੱਟ ਦਰਸ਼ਨ ਕੈ ਭੇਖ ਕਿਸੈ ਸੱਚ ਸਮਾਵਨਾ। ਸੱਚਾ ਪੁਰਖ ਅਲਖ ਸ਼ਬਦ ਸੁਹਾਵਨਾ। ਆਓ ਉਹ ਸੱਚਾ ਪੁਰਖ ਕੇਵਲ ਪੁਰਖ ਹੋ ਹੈ। ਆਪਾਂ ਸਾਰੇ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਇਹ ਜੋੜੇ ਬਣਾਏ ਆ ਮਨੁੱਖ ਦੇ ਇਸਤਰੀ ਦੇ ਦੁਨੀਆ ਨੂੰ ਭਰੀ ਰੱਖਣ ਵਾਸਤੇ। ਪਰ ਅਸਲ ਵਿੱਚ ਆਪਾਂ ਸਾਰੇ ਆਤਮਾ ਕਰਕੇ ਇਸਤਰੀਆਂ। ਪਰਮਾਤਮਾ ਹੀ ਪਰਮੇਸ਼ਰ ਹੈ, ਪੁਰਖ ਹੈ। ਖੈਰ ਪਾਤਸ਼ਾਹ ਜੀ ਕਹਿੰਦੇ ਸੱਚਾ ਪੁਰਖ ਅਲਖ ਜੋ ਦਿਸਣ ਵਿੱਚ ਨਹੀਂ ਆਉਂਦਾਗਾ। ਅਨੁਭਵ ਪ੍ਰਕਾਸ਼ ਦਿਮਾਗ ਦੇ ਵਿੱਚ ਫੀਲ ਹੁੰਦਾ ਹੈ, ਅਨੁਭਵ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਨਾ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਉਹ ਦਿਸਣ ਵਿੱਚ ਨਹੀਂ ਆਉਂਦਾ, ਉਹਨੂੰ ਅਨੁਭਵ ਕੀਤਾ ਜਾਂਦਾ ਹੈ। ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ। ਤੇ ਕੀ ਕਹਿੰਦੇ? ਕਾਨ ਸੁਣੇ ਪਹਿਚਾਨ ਨਾ 300। ਪਹਿਚਾਨ ਤਾਂ ਹੀ ਹੋ ਨਾ ਜੇ ਉਹਦਾ ਸਰੀਰ ਬਣੂਗਾ। ਸਰੀਰ ਹੈ ਹੀ ਨਹੀਂ ਉਸ ਦਾ। ਆ ਮੈਂ ਬੋਲੀ ਜਾਨਾ ਸ਼ਬਦ, ਇਹਨਾਂ ਦਾ ਸਰੀਰ ਤਾਂ ਕੋਈ ਬਣਦਾ ਹੀ ਨਹੀਂਗਾ। ਇਸੇ ਤਰ੍ਹਾਂ ਪਰਮੇਸ਼ਰ ਸ਼ਬਦ ਸਰੂਪ ਹੈ, ਗਿਆਨ ਸਰੂਪ ਹੈ। ਪਾਤਸ਼ਾਹ ਜੀ ਕਹਿੰਦੇ ਕਾਨ ਸੁਣੇ ਪਹਿਚਾਨ ਨਾ 300। ਲਿਵ ਲਾਗੀ ਮੋਰੀ ਪਗ ਇਨਸਿਓ। ਮਹਾਕਾਲ ਰਖਵਾਰ ਹਮਾਰੋ ਮਹਾ ਲੋਹ ਮੈਂ ਕਿੰਕਰ ਥਾਰੋ। ਕਿੰਕਰ ਹੁੰਦਾ ਦਾਸ, ਮੈਂ ਤੇਰਾ ਸੇਵਕ ਹਾਂ ਇਸ ਸੰਸਾਰ ਦੇ ਵਿੱਚ, ਤੂੰ ਬਚਾਉਣ ਵਾਲਾ ਹੈ। ਸੱਚਾ ਪੁਰਖ ਅਲਖ ਕਿਹੋ ਜਾਏ? ਸ਼ਬਦ ਸੁਹਾਵਨਾ। ਉਹ ਸ਼ਬਦ ਦੇ ਵਿੱਚ ਸਮਾਇਆ ਹੋਇਆ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਈ। ਉਹ ਬਾਣੀ ਵਿੱਚ ਹੈ। ਮੰਨੈ ਨਾਉ ਬਿਸੰਖ ਦਰਗਹਿ ਪਾਵਨਾ। ਬਿਸੰਖ ਗਿਣਤੀ ਤੋਂ ਪਰੇ ਆ। ਉਹਦੇ ਨਾਮਾਂ ਦਾ ਵੀ ਅੰਤ ਨਹੀਂ। ਅਸੰਖ ਨਾਵ ਅਸੰਖ ਧਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ। ਉਹਦੇ ਨਾਵਾਂ ਦਾ ਅੰਤ ਨਹੀਂ, ਉਹਦੇ ਕੰਮਾਂ ਦਾ ਅੰਤ ਨਹੀਂ। ਇਸ ਕਰਕੇ ਇੱਥੇ ਵੀ ਉੱਥੇ ਅਸੰਖ ਲਿਖਿਆ, ਇੱਥੇ ਬਿਸੰਖ ਲਿਖਤਾ। ਬਾਬਾ ਸੰਖ ਦੇ ਮੂਹਰੇ ਲਾ ਕੇ ਵੀ ਗੱਲ ਗਿਣਤੀ ਤੋਂ ਬਾਹਰ ਕੀਤੀ ਆ, ਤੇ ਸੰਖ ਦੇ ਮੂਹਰੇ ਆੜਾ ਲਾ ਕੇ ਵੀ ਗੱਲ ਗਿਣਤੀ ਤੋਂ ਬਾਹਰ ਦੀ ਕੀਤੀ ਆ। ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ। ਜਪਜੀ ਸਾਹਿਬ ਦੇ ਬਚਨ। ਮੰਨੈ ਨਾਉ ਉਹ ਗਿਣਤੀਆਂ ਮਿੰਟੀਆਂ ਨਾਲ ਨਹੀਂ ਮਿਲਦਾਗਾ। ਉਹਨੂੰ ਜਪੋ, ਉਹਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰੋ। ਹੁਕਮ ਮੰਨੋ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ। ਪੈਦਾ ਹੁੰਦਾ ਕੋਈ ਚਿੰਤਾ ਨਾ ਹੋਣੀ ਤੇ ਹੱਥ ਮਾਰ ਕੇ ਬਾਹਾਂ ਮਾਰ ਕੇ ਚੱਲਣਾ। ਕਹੋ ਸਤਨਾਮ ਸੀ। ਫਿਰ ਕਹਿੰਦੇ ਪਰਮੇਸ਼ਰ ਪ੍ਰਵਾਨ ਕਰੂ ਤੈਨੂੰ ਆਪਦੇ ਵਿੱਚ ਮਿਲਾ ਲੂਗਾ। ਆਖਰੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਆਓ ਮੰਨੈ ਨਾਉ ਬੇਸੰਖ ਉਸ ਬੇਅੰਤ ਪਰਮਾਤਮਾ ਨੂੰ ਤਾਂ ਅਸੀਂ ਦਰਗਾਹ ਵਿੱਚ ਪ੍ਰਾਪਤ ਕਰ ਸਕਦੇ ਹਾਂ। ਖਾਲਕ ਕੋ ਆਦੇਸ ਢਾਡੀ ਗਾਵਣਾ। ਉਸ ਪਰਮੇਸ਼ਰ ਨੂੰ ਗਾਓ ਤੇ ਖਾਲਕ ਨੂੰ ਨਮਸਕਾਰ ਕਰੋ। ਭਾਵ ਦੁਨੀਆ ਨਾਲ ਪ੍ਰੇਮ ਕਰੋ ਤੇ ਖਾਲਕ ਦੇ ਨਾਲ ਆਪਣਾ ਸਿਫਤ ਕਰੋ। ਕੋ ਸਤਨਾਮ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੋਂ ਆਖੀ ਹੈ
ਜਾਂ ਤਿਸ ਬਿਨ ਕੋਈ ਨਾਹੇ। ਇੱਥੇ ਤਾਂ ਅਸੀਂ ਜਣੇ ਖਣੇ ਦੀ ਵੇਖੀ ਜਾਂਦੇ ਹਾਂ, ਫਲਾਨਾ ਕੀ ਕਰਦਾ, ਧਿਉਕਾ ਕੀ ਕਰਦਾ, ਫਿਰ ਧਾਰਮਿਕ ਸਥਾਨ ਤੇ ਜਾ ਕੇ ਸਾਨੂੰ ਕੋਈ ਫਾਇਦਾ ਨਹੀਂ ਮਿਲਣਾ। ਮੈਂ ਤੁਹਾਨੂੰ ਸੁਚੇਤ ਕਰਦਾ, ਬਾਣੀ ਦੇ ਮੁਤਾਬਕ ਆਪਦੇ ਕੋਲੋਂ ਨਹੀਂ ਕਹਿੰਦਾ। ਕਹੋ ਸਤਨਾਮ ਸੀ। ਜੇ ਕੁਝ ਖਟਣਾ ਹੈ ਤਾਂ ਫਿਰ ਇੱਥੇ ਜੋ ਕਰਨ ਆਇਓ ਉਹੀ ਕਰੋ, ਦੂਜਾ ਨਾ ਕਰੋ। ਕਹੋ ਸਤਨਾਮ ਸੀ। ਪ੍ਰੀਤਮ ਜੀ ਕਹਿੰਦੇ ਆਖਰੀ ਪੰਕਤੀ ਵਿੱਚ ਖਾਲਕ ਕੋ ਆਦੇਸ਼, ਖਾਲਕ ਤੇ ਖਲਕ, ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਤੇ ਉਹਨੂੰ ਨਮਸਕਾਰ ਕਰੋ ਹਮੇਸ਼ਾ, ਖਲਕ ਦੇ ਨਾਲ ਪ੍ਰੇਮ ਕਰੋ। ਫਰੀਦਾ ਖਾਲਕ ਖਲਕ ਮੈਂ, ਪਰਮੇਸ਼ਰ ਦੁਨੀਆ ਵਿੱਚ ਹੀ ਵਸਦਾ। ਖਲਕ ਵਸੇ ਰੱਬ ਮਾਹੇ, ਦੁਨੀਆ ਰੱਬ ਵਿੱਚ ਹੈ, ਰੱਬ ਦੁਨੀਆ ਵਿੱਚ ਹੈ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਕਿਹਨੂੰ ਮਾੜਾ ਕਹੀਏ ਤੇ ਕਿਹਨੂੰ ਚੰਗਾ ਕਹੀਏ। ਆਪਾਂ ਠੇਕਾ ਲਿਆ ਮਾੜੇ ਚੰਗੇ ਕਹਿਣ ਦਾ, ਆਪਾਂ ਆਪ ਦਾ ਕੰਮ ਸੁਧਾਰ ਲਓ, ਛੱਡੋ ਦੁਨੀਆ ਦਾ ਖਿਆਲ। ਕਹੋ ਸਤਨਾਮ ਸੀ। ਆਪਣਾ ਆਪਾਂ ਸੁਧਾਰੀਏ, ਆਪਾਂ ਗੁਰੂ ਕਿਰਪਾ ਕਰਨ। ਖਾਲਕ ਕੋ ਆਦੇਸ਼ ਢਾਡੀ ਗਾਵਨਾ, ਨਾਨਕ ਜੁਗ ਜੁਗ ਏਕ ਮਨ ਵਸਾਵਨਾ। ਬਸ ਜੀ ਨੇ ਇੱਕ ਨੂੰ ਹਿਰਦੇ ਵਿੱਚ ਵਸਾ ਲਿਆ, ਉਹ ਜੁਗਾਂ ਜੁਗਾਂਤਰਾਂ ਤੱਕ ਅਮਰ ਹੋ ਗਿਆ, ਪਰਮੇਸ਼ਰ ਵਿੱਚ ਮਿਲ ਗਿਆ, ਉਹਦਾ ਜੰਮਣਾ ਮਰਨਾ ਖਤਮ ਹੋ ਗਿਆ। ਇसी ਪਵਿੱਤਰ ਸ਼ਬਦ ਦੀ ਵਿਚਾਰ ਅਗਲਾ ਸ਼ਲੋਕ ਚੱਲਦਾ ਹੈ, ਸ਼ਲੋਕ ਮਹੱਲਾ ਦੂਜਾ। ਸ਼ਾਇਦ ਇਸੇ ਵਿਸ਼ੇ ਤੇ ਪਾਤਸ਼ਾਹ ਨੇ ਕਾਫੀ ਸ਼ਬਦ ਉਚਾਰੇ ਆ। ਮੰਤਰੀ ਹੋਏ ਅਠੂਹਿਆ, ਨਾਗੀ ਲੱਗਿਆ ਜਾਏ। ਮੰਤਰੀ ਮੰਤਰ ਤਾਂ ਠੂਹੇ ਦਾ ਜ਼ਹਿਰ ਲਾਉਣ ਦਾ ਜਾਣਦਾ ਤੇ ਹੱਥ ਪਾ ਲੈਂਦਾ ਕਾਲੇ ਨਾਗ ਨੂੰ। ਕਹੋ ਸਤਨਾਮ ਸੀ। ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ, ਆਪਦੇ ਘਰ ਨੂੰ ਆਪ ਹੀ ਅੱਗ ਲਾ ਲੈਂਦਾ। ਕੂਚਾ ਹੁੰਦਾ ਜਿਵੇਂ ਅੱਗ ਲਾਉਣੇ ਆਪਾਂ ਚਿਖਾ ਨੂੰ ਸਰ ਦੇ ਨਾਲ, ਉਹਨੂੰ ਕੂਚਾ ਕਹਿੰਦੇ ਆ। ਕਹਿੰਦੇ ਮੂਰਖੋ, ਤੁਸੀਂ ਕੁਛ ਨਹੀਂ ਜਾਣਦੇ, ਤੁਸੀਂ ਨਿੱਕੇ ਨਿੱਕੇ ਮੰਤਰ ਜਾਣਿਓ ਤੇ ਵੱਡੀਆਂ ਵੱਡੀਆਂ ਦੇ ਨਾਲ ਤੁਸੀਂ ਅੜਕੇ ਲੈਂਦੇ ਹੋ, ਲੜਦੇ ਹੋ, ਝਗੜਦੇ ਹੋ। ਇਸ ਕਰਕੇ ਬਚੋ। ਮੰਤਰੀ ਹੋਏ ਅਠੂਹਿਆ, ਨਾਗੀ ਲੱਗਿਆ ਜਾਏ। ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਹੁਕਮ ਭਇਆ ਧੁਰ ਖਸਮ ਕਾ, ਅਤੀ ਹੂੰ ਧੱਕਾ ਖਾਏ। ਅਖੀਰ ਇਹੋ ਜਿਹੇ ਲੋਕ ਧੱਕੇ ਖਾਂਦੇ ਆ, ਭਾਵ ਭਟਕਦੇ ਆ, ਟੇਢੀਆਂ ਜੂਨਾਂ ਵਿੱਚ ਪੈ ਜਾਂਦੇ ਆ। ਤੁਮੀ ਤੁਮਾ ਵਿਸ ਆਕਤ ਧੂਰਾ, ਨਿਮ ਫਲ ਮਨਮੁਖ ਵਸੈ ਤਿਸ, ਜਿਸ ਤੂੰ ਚਿਤ ਨਾ ਆਵੀ। ਇਹ ਸ਼ਬਦ ਦੀ ਵਿਚਾਰ ਕਰੇ, ਫਿਰ ਕਿਰਪਾ ਕੀਤੀ ਤੇ ਆਪਾਂ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ